पंजाब का इतिहास इन्ना रिच ते इन्ना कमाल दा रहा है कि मेरा ख्याल है हर पंजाबी नूं और ईवन हर इंडियन नूं फखर होना चाहिए तो मान होना चाहिए कि एक पंजाबी जिहड़े ने वो शान ने पूरे देश की। पंजाब बीइंग द गेटवे ऑफ इंडिया ਇਹਦੇ ਉੱਤੇ ਜਦੋਂ ਪਹਿਲਾਂ ਮੁਗਲ ਆਏ औरंगजेब ने ਕੀਤੇ ਜ਼ੁਲਮ, ਉਹਦੇ ਬਾਅਦ अहमद शाह अब्दाली ने आके शुरू कर दिता कामकाज, ਉਹਦੇ ਬਾਅਦ अंग्रेज़ आ गए, ਉਹਦੇ ਬਾਅਦ आके अहमद शाह अब्दाली ने 10 ਵਾਰੀ ਅਟੈਕ ਕੀਤਾ ਇੰਡੀਆ ਦੇ ਉੱਤੇ ਅਫਗਾਨਿਸਤਾਨ ਤੋਂ ਆ ਕੇ। ਔਰ ਮੈਨੂੰ ਯਾਦ ਹੈ ਛੋਟਿਆਂ ਹੁੰਦਾ ਹੀ ਸੁਣਦੇ ਹੁੰਦੇ ਖਾਦਾ ਪੀਤਾ ਲਾਏ ਦਾ ਬਾਕੀ अहमद शाह ਦਾ। ਉਹਦਾ ਮਤਲਬ ਸੀ ਕਿ अहमद शाह ने ਲੁੱਟ ਕੇ ਲੈ ਜਾਣਾ, ਜੋ ਹੈ ਉਹਨੂੰ ਖਾ ਪੀ ਲਓ। कि बहुत ही टफ आर्मी इज़ ए वे ऑफ लाइफ। आर्मी सिर्फ प्रोफैशन नहीं है। कोई डिस्ट्रिक्ट नूं लैके एज ए पायलट प्रोजेक्ट जलंधर लिया जाए, क्योंकि दुआबे दे विच साडे मैक्सीमम बच्चों दे विच जिहड़ा ऑब्सैशन है ना कैनेडा जाण दा, वो बहुत ज़्यादा जोश है कि कनाडा जाना हर चीज़ के उत्ते कि कुछ भी हो जाए मैं तो जाना है। और पंजाबी पिक्चरां बना के लोगों ने और दिखा के उत्थों दी वधिया फोटो कैनेडा दियां, ਉੱਥੋਂ ਦੀ ਸਟਰਗਲ ਨਹੀਂ ਕੋਈ ਦਿਖਾਉਂਦਾ। ਨਹੀਂ ਬਿਲਕੁਲ ਉੱਥੋਂ ਦੀ ਸਟਰਗਲ ਕੋਈ ਨਹੀਂ ਦਿਖਾਉਂਦਾ। ਕੈਨੇਡਾ 'ਚ ਕੀ ਸਟਰਗਲ ਹੁੰਦੀ ਹੈ, ਕਿਵੇਂ ਬੱਚੇ ਜੀ ਕੀ ਜਾ ਕੇ ਕੰਮ ਕਰਦੇ ਨੇ, ਉੱਥੇ ਦਿਖਾਉਂਦੇ ਉਹੀ ਨੇ ਵੀ ਉੱਥੋਂ ਦੀਆਂ ਖੂਬਸੂਰਤ ਪਹਾੜੀਆਂ ਤੇ ਉੱਥੋਂ ਦੀਆਂ ਖੂਬਸੂਰਤ ਸੜਕਾਂ ਤੇ ਵੱਡੀਆਂ ਗੱਡੀਆਂ ਉਹ ਸਾਰੀਆਂ, ਔਰ ਸੂਟ ਔਰ ਬੂਟ ਔਰ 에ਅਰ ਕੰਡੀਸ਼ਨ, ਉਹ ਸਾਰੀਆਂ ਚੀਜ਼ਾਂ ਤੇ ਜ਼ਰੂਰ ਦਿਖਾਉਂਦੇ ਨੇ। ਪਰ ਉੱਥੋਂ ਦੀ ਸਟਰਗਲ ਜਿਹੜੀ ਪਹਿਲੇ 2 3 4 ਸਾਲ ਇੰਨੀ ਮਿਹਨਤ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਚੂਸ ਕੇ ਰੱਖ ਲੈਂਦੀ ਹੈ ਜੀ। ਤੁਹਾਡੇ ਕੁਝ ਛੱਡਦੀ ਨਹੀਂ ਬਾਕੀ ਕਰਨ ਵਾਸਤੇ। ਤੁਸੀਂ 10 ਸਾਲ ਉੱਥੇ ਨੌਕਰੀ ਕਰਕੇ ਨਾ ਫਿਰ ਤੁਸੀਂ ਉਹ ਫਿੱਟ ਨਹੀਂ ਰਹਿੰਦੇ ਕੁਝ ਹੋਰ ਸਿੱਖਣ ਵਾਸਤੇ। ਉਹਨਾਂ ਵੇੜਿਆਂ ਦੇ ਵਿੱਚ ਸਿਪਾਹੀ ਦੇ ਲੈਵਲ ਤੇ ਕਿੰਨੇ ਕੁ ਪੰਜਾਬੀ ਜਾਂਦੇ ਸੀ ਤੇ ਆਫੀਸਰ ਲੈਵਲ ਤੇ ਕਿੰਨੇ ਕੁ ਲੋਕ ਜੁਆਇਨ ਕਰਦੇ ਸੀ? ਅਮਨਦੀਪ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਵਾਨ ਜਿਹੜਾ ਆਮ ਤੌਰ ਤੇ ਦੇਖੋ, ਇੱਕ ਤਾਂ ਉਦੋਂ ਐਜੂਕੇਸ਼ਨ ਲੈਵਲ ਜਿਹੜਾ ਰਿਕੁਆਇਰਡ ਹੁੰਦਾ ਸੀ ਨਾ ਸੋਲਜਰ ਦੇ ਜੁਆਇਨ ਕਰਨ ਵਾਸਤੇ, ਉਹ ਬੜਾ ਹੇਠਾਂ ਸੀ ਜੀ। 8ਵੀਂ ਦਾ ਪਾਸ ਬੱਚਾ ਵੀ ਜਿਹੜਾ ਉਹ ਵੀ ਆ ਸਕਦਾ ਸੀ। ਉਹਦੇ ਬਾਅਦ ਮੈਟ੍ਰਿਕ ਹੋਇਆ, ਉਹਦੇ ਬਾਅਦ 10+2 ਹੋਇਆ। ਸੋ ਇੱਕ ਤਾਂ ਐਜੂਕੇਸ਼ਨ ਸਟੈਂਡਰਡ ਜਿਹੜੇ ਨਾ ਵੱਧਦੇ ਗਏ। ਔਰ ਕਿਉਂਕਿ ਐਜੂਕੇਸ਼ਨ ਬੜੇ ਬੱਚੇ ਜਿਹੜੇ ਨਾ ਇਹ ਸਮਝਦੇ ਨੇ ਮੈਂ ਪੜ੍ਹਾਈ ਦੀ ਲੋੜ ਨਹੀਂ ਆਰਮੀ ਦੇ ਵਿੱਚ, ਤੇ ਕੁਛ ਕਰਕੇ ਉਹਨੂੰ ਛੱਡ ਦੇਣਾ ਜਾਂ ਨਿਕਲ ਜਾਣਾ। ਔਰ ਦੇਖਿਆ ਗਿਆ ਹੈ ਕਿ ਪੂਰੇ ਇੰਡੀਆ ਦੇ ਵਿੱਚ 9th ਤੇ 10th ਦੇ ਵਿੱਚ ਮੈਕਸਿਮਮ ਡਰਾਪ ਆਊਟ ਹੁੰਦੇ ਨੇ ਬੱਚੇ। ਹੁਣ ਸੋ ਬੜੇ ਬੱਚੇ ਜਿਹੜੇ ਨਾ ਉਹ ਐਲੀਜੀਬਲ ਨਹੀਂ ਰਹਿੰਦੇ। ਹੁਣ ਤੁਸੀਂ ਬੜਾ ਸੈਂਸਿਟਿਵ ਇਸ਼ੂ ਕੀਤਾ ਹੈ ਰੇਸ ਅਗਨੀਵੀਰ ਵਾਲਾ ਜੀ। ਅਗਨੀਵੀਰ ਮੇਰੇ ਹਿਸਾਬ ਨਾਲ ਇੱਕ ਅਸੀਂ ਬਾਹਰੋਂ ਕੀਤਾ ਇੱਕ ਕਨਸੈਪਟ ਜੀ, ਖਾਸ ਕਰਕੇ ਰਸ਼ੀਆ ਤੋਂ ਜੀ। ਔਰ ਉਹ ਬੇਸਿਕ ਇਹਦੇ ਪਿੱਛੇ ਸੋਚ ਜਿਹੜੀ ਸੀ, ਜਿੱਥੋਂ ਤੱਕ ਮੈਨੂੰ ਸਮਝ ਆਇਆ ਜੀ, ਸੋਚ ਸੀ ਕਿ ਆਰਮੀ ਦਾ ਜਾਂ ਆਰਮਡ ਫੋਰਸਿਸ ਦਾ ਪੈਨਸ਼ਨ ਬਿੱਲ ਨੂੰ ਰਿਡਿਊਸ ਕਰਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਦਾ ਪ੍ਰੋਗਰਾਮ ਅੱਜ ਦਾ ਪੰਜਾਬ। ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤੇ ਅੱਜ ਜਦੋਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਾਂਗੇ। ਪੰਜਾਬ ਦਾ ਵੱਡਾ ਮਾਣਮੱਤਾ ਇਤਿਹਾਸ ਜਿਹਦੇ ਵਿੱਚ ਯੋਧੇ ਸ਼ੂਰਵੀਰ ਪੈਦਾ ਹੋਏ, ਤੇ ਆਰਮਡ ਫੋਰਸਿਸ ਦੇ ਨਾਲ ਪੰਜਾਬੀਆਂ ਦਾ ਕੀ ਨਾਤਾ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕਰਨਲ ਚੀਮਾ ਜੀ, ਬਹੁਤ ਸਵਾਗਤ ਹੈ ਸਰ। ਥੈਂਕ ਯੂ ਅਮਨਦੀਪ ਜੀ। ਸਰ, ਜਦੋਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਬੋਲਦਿਆਂ ਹੀ ਮੂੰਹ ਭਰ ਜਾਂਦਾ ਹੈ, ਤੇ ਉਹ ਇੱਕ ਅਣਖ ਯੋਧੇ ਤੇ ਸੂਰਮੇ ਸਾਹਮਣੇ ਆਉਂਦੇ ਆ। ਬਿਲਕੁਲ ਠੀਕ ਹੈ ਅਮਨਦੀਪ ਜੀ। ਪੰਜਾਬ ਦਾ ਇਤਿਹਾਸ ਇੰਨਾ ਰਿਚ ਤੇ ਇੰਨਾ ਕਮਾਲ ਦਾ ਰਿਹਾ ਹੈ ਕਿ ਮੇਰਾ ਖਿਆਲ ਹੈ ਹਰ ਪੰਜਾਬੀ ਨੂੰ ਔਰ ਈਵਨ ਹਰ ਇੰਡੀਅਨ ਨੂੰ ਫਖਰ ਹੋਣਾ ਚਾਹੀਦਾ ਤੇ ਮਾਣ ਹੋਣਾ ਚਾਹੀਦਾ ਵੀ ਇੱਕ ਪੰਜਾਬੀ ਜਿਹੜੇ ਨੇ ਉਹ ਸ਼ਾਨ ਨੇ ਪੂਰੇ ਦੇਸ਼ ਦੀ। ਐਕਚੁਅਲੀ ਪੰਜਾਬ ਦਾ ਨੈਸ਼ਨਲਿਜ਼ਮ ਜਿਹੜਾ ਹੈ ਉਹ ਸ਼ੁਰੂ ਹੋਇਆ ਜਦੋਂ ਮੁਗਲਾਂ ਨੇ ਅਟੈਕ ਕਰਨਾ ਸ਼ੁਰੂ ਕੀਤਾ ਸਾਡੇ ਤੇ। ਦੇਖੋ, ਪੰਜਾਬ ਬੀਇੰਗ ਦੀ ਗੇਟਵੇ ਆਫ ਇੰਡੀਆ, ਇਹਦੇ ਉੱਤੇ ਜਦੋਂ ਪਹਿਲਾਂ ਮੁਗਲ ਆਏ औरंगजेब ਨੇ ਕੀਤੇ ਜ਼ੁਲਮ, ਉਹਦੇ ਬਾਅਦ अहमद शाह अब्दाली ਨੇ ਆ ਕੇ ਸ਼ੁਰੂ ਕਰ ਦਿੱਤਾ ਕੰਮਕਾਜ, ਉਹਦੇ ਬਾਅਦ ਅੰਗਰੇਜ਼ ਆ ਗਏ। ਤੇ ਪੰਜਾਬੀ ਜਿਹੜਾ ਹੈ ਉਹ ਤੇ ਲੜਾਈ ਸਟਰਗਲ ਤੇ ਜੁਝਾਰੂ ਹੋਣ ਦਾ ਉਹਨੂੰ ਇੰਨਾ ਮੌਕਾ ਮਿਲਿਆ ਕਿ ਆਮ ਪੰਜਾਬੀ ਤੇ ਖਾਸ ਕਰਕੇ ਸਿੱਖ ਕੌਮ ਉਹ ਇੰਨੇ ਤਗੜੇ ਜੁਝਾਰੂ ਔਰ ਇੰਨੇ ਤਗੜੇ ਫਾਈਟਰ ਬਣ ਗਏ ਕਿ ਉਹਨਾਂ ਦੇ ਬਲੱਡ ਦੇ ਵਿੱਚ, ਖੂਨ ਦੇ ਵਿੱਚ ਦੇਸ਼ ਵਾਸਤੇ ਮਰ ਮਿਟਣ ਦਾ ਜਜ਼ਬਾ ਜਿਹੜਾ ਉਹ ਪੈਦਾ ਹੋ ਗਿਆ। ਇਹ ਚੀਜ਼ਾਂ ਓਵਰ ਏ ਪੀਰੀਅਡ ਆਫ ਟਾਈਮ ਤੁਸੀਂ ਜੇ ਹਿਸਟਰੀ ਦੇਖੋ ਕਿ ਕਿਸ ਤਰ੍ਹਾਂ ਔਰੰਗਜ਼ੇਬ ਨੂੰ ਚੈਲੰਜ ਕੀਤਾ ਗਿਆ। ਗੁਰੂ ਮਹਾਰਾਜ ਕਈਆਂ ਨੇ ਉਹਨਾਂ ਨੇ ਉਹਦੇ ਨਾਲ ਲੜਾਈਆਂ ਕੀਤੀਆਂ, ਸਿੱਖਾਂ ਦੇ ਨਾਲ ਖਾਸ ਕਰਕੇ ਤੇ ਪੰਜਾਬੀਆਂ ਨਾਲ ਕਈ ਜ਼ਿਆਦਤੀਆਂ ਹੋਈਆਂ।
ਜੀ ਹਿੰਦੂਆਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜ਼ੁਲਮ ਕੀਤੇ ਗਏ ਮੁਗਲਾਂ ਵੱਲੋਂ। ਉਹਦੇ ਬਾਅਦ ਆ ਕੇ ਅਹਿਮਦ ਸ਼ਾਹ ਅਬਦਾਲੀ ਨੇ 10 ਵਾਰੀ ਅਟੈਕ ਕੀਤਾ ਇੰਡੀਆ ਦੇ ਉੱਤੇ ਅਫਗਾਨਿਸਤਾਨ ਤੋਂ ਆ ਕੇ। ਜੀ ਔਰ ਮੈਨੂੰ ਯਾਦ ਹੈ ਛੋਟਿਆਂ ਹੁੰਦਾ ਹੀ ਸੁਣਦੇ ਹੁੰਦੇ ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ। ਜੀ ਮਤਲਬ ਸੀ ਵੀ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ, ਜੋ ਹੈ ਉਹਨੂੰ ਖਾ ਪੀ ਲਓ। ਬਿਲਕੁਲ ਉਹਦੇ ਬਾਅਦ ਅੰਗਰੇਜ਼ ਆਏ। ਅੰਗਰੇਜ਼ਾਂ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਕੰਟਰੋਲ ਕਰਕੇ ਪੂਰੇ ਦੇ ਪੂਰੇ ਇਕੱਠਾ ਕਰਕੇ, ਤੇ ਸਾਡੇ ਪੰਜਾਬ ਦਾ ਇਤਿਹਾਸ ਜਿਹੜਾ ਹੈ ਉਹ ਸਟਰਗਲ ਦਾ, ਲੜਾਈ ਦਾ ਔਰ ਦੁਸ਼ਮਣਾਂ ਨੂੰ ਮਾਰ ਭਜਾਉਣ ਦਾ। ਜੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਪੰਜਾਬੀ ਜਿਹੜਾ ਨਾ ਉਹਦੇ ਬਲੱਡ ਦੇ ਵਿੱਚ ਹੈ ਇੱਕ ਨੈਸ਼ਨਲਿਜ਼ਮ ਔਰ ਦੇਸ਼ ਵਾਸਤੇ ਮਰ ਮਿਟਣ ਦੀ ਜਿਹੜੀ ਤਮੰਨਾ ਹੈ ਨਾ, ਖਾਸ ਜੀ ਜਿਹੜੀ ਹੈ ਉਹ ਇੱਕ ਪੰਜਾਬੀ ਦੇ ਵਿੱਚ ਹੈ। ਇਸ ਕਰਕੇ ਤੁਸੀਂ ਦੇਖਦੇ ਹੋ ਕਿ ਪੰਜਾਬੀ ਸੋਲਜਰਸ, ਪੰਜਾਬੀ ਤੇ ਸਿੱਖ ਸੋਲਜਰਸ ਉਹ ਕਮਾਲ ਕਰਦੇ ਆ ਰਹੇ ਨੇ, ਚਾਹੇ ਜੀ ਉਹ ਵਰਲਡ ਵਾਰ 1 ਸੀ, ਚਾਹੇ ਜੀ ਉਹ ਵਰਲਡ ਵਾਰ 2 ਸੀ, ਚਾਹੇ ਇੰਡੀਪੈਂਡੈਂਟ ਇੰਡੀਆ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ, ਜੀ ਉਹਨਾਂ ਸਾਰਿਆਂ ਦਾ ਇਤਿਹਾਸ ਤੁਸੀਂ ਦੇਖੋ ਤੇ ਤੁਹਾਨੂੰ ਫਖਰ ਫੀਲ ਹੁੰਦਾ ਹੈ ਕਿ ਤੁਸੀਂ ਇੱਕ ਪੰਜਾਬੀ ਹੋ। ਜਦੋਂ ਅਸੀਂ ਵਰਲਡ ਵਾਰ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਵਰਲਡ ਵਾਰ ਦੇ ਵਿੱਚ ਵੀ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ, ਦੂਜੀ ਦੇ ਵਿੱਚ ਵੀ, ਔਰ ਸਿੱਖ ਫੌਜੀਆਂ ਨੇ ਜਿਹੜਾ ਸਾਰਾਗੜੀ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਪੂਰੀ ਦੁਨੀਆ ਅੱਜ ਵੀ ਯਾਦ ਕਰਦੀ ਹੈ। ਤੇ ਇਹੀ ਕਾਰਨ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿੱਖ ਫੌਜੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ। ਅਸੀਂ ਜੇ ਗੱਲ ਕਰੀਏ ਇੰਡੀਅਨ ਆਰਮੀ ਦੇ ਵਿੱਚ, ਤਾਂ ਇੰਡੀਅਨ ਆਰਮੀ ਦੇ ਵਿੱਚ ਵੀ ਬਹੁਤ ਵੱਡੇ ਰੈਂਕਸ ਤੇ ਪੰਜਾਬੀ ਰਹੇ ਆ। ਅਸੀਂ ਪੂਰੇ ਇਤਿਹਾਸ ਦੇਖ ਲਈਏ ਇੰਡੀਅਨ ਆਰਮੀ ਦਾ ਤਾਂ ਉਹਦੇ ਵਿੱਚ ਦਸਤਾਰਾਂ ਵਾਲੇ ਆਫਿਸਰਸ ਬਹੁਤ ਦਿਖਦੇ ਸੀ ਤੇ ਅੱਜ ਬਹੁਤ ਘੱਟ ਦਿਖ ਰਹੇ ਆ। ਕੀ ਲੱਗਦਾ ਵੀ ਕੋਈ ਰੇਸ਼ੋ ਘਟੀ ਹੈ ਜਾਂ ਵਧੀ ਹੈ? ਕਾਰਨ ਕੀ ਹੈ? ਅਮਨਦੀਪ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਤਾਂ ਇਹ ਗੱਲ ਕੋਈ ਸ਼ੱਕ ਨਹੀਂ ਕਿ ਪੂਰੇ ਹਿੰਦੁਸਤਾਨ ਦੀ ਜਦੋਂ ਆਬਾਦੀ ਵਧੀ ਤੇ ਪੰਜਾਬ ਦੀ ਆਬਾਦੀ ਵੀ ਜਿਹੜੀ ਹੈ ਉਹ ਹੁਣ ਅੱਜ ਕੱਲ੍ਹ 3 ਕਰੋੜ ਹੈ, ਯੂਪੀ ਦੀ 22 ਕਰੋੜ ਹੈ, ਬਾਕੀ ਹੋਰ ਇਹੋ ਜਿਹੀ ਸੀ। ਜਿਹੜੀ ਜਿਵੇਂ ਐਜੂਕੇਸ਼ਨ ਤੇ ਲਿਟਰੇਸੀ ਰੇਟ ਵਧਿਆ, ਜੀ ਜਿਵੇਂ ਅਪਰਚੁਨਿਟੀਜ਼ ਐਵੀਨਿਊਜ਼ ਓਪਨ ਹੋਏ ਜ਼ਿਆਦਾ, ਤੇ ਇਹ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ, ਸਾਡੇ ਵਰਗੇ ਦੇਸ਼ ਦੇ ਵਿੱਚ ਜਿਹੜਾ ਗਲੋਬਲੀ ਹਰ ਚੀਜ਼ ਨੂੰ ਦੇਖਦਾ ਹੈ, ਉਹਦੇ 'ਚ ਨੈਚੁਰਲ ਹੈ ਵੀ ਇੱਕ ਯੂਥ ਨੂੰ ਇਹ ਅਪਰਚੁਨਿਟੀ ਹੋਏ, ਫਰੀडम ਹੋਏ ਕਿ ਉਹ ਕੋਈ ਵੀ ਖਿੱਤਾ, ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰੋਫੈਸ਼ਨ ਹੈ ਉਹਨੂੰ ਅਡਾਪਟ ਕਰ ਸਕੇ। ਜੀ ਹੁਣ ਬੜੇ ਬੱਚੇ ਜਿਹੜੇ ਗਰੋ ਅਪ ਹੋ ਕੇ ਯੰਗ ਜਿਹੜੇ ਨੇ, ਪਹਿਲਾਂ ਜਿਹੜੇ ਫੌਜ ਵਿੱਚ ਜਾਣਾ ਹੈ ਬਹੁਤ ਵੱਡੀ ਗੱਲ ਸਮਝਦੇ ਸਨ ਜਾਂ ਇੱਕ ਮਾਨ ਸਮਝਦੇ ਸਨ, ਉਹਨਾਂ ਨੇ ਕਾਰਪੋਰੇਟ ਵੱਲ ਜਾਣਾ, ਟੈਕਨੋਲੋਜੀ ਵੱਲ ਜਾਣਾ, ਬਿਕਾਜ਼ ਇੰਨੇ ਜ਼ਿਆਦਾ ਐਵਨਿਊ ਓਪਨ ਹੋ ਗਏ, ਉਹ ਨੈਚੁਰਲ ਸੀ ਔਰ ਉਹਨਾਂ ਨੇ ਉਧਰ ਜਾਣਾ ਸ਼ੁਰੂ ਕਰ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਕੰਟਰੀਬਿਊਸ਼ਨ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਯੂਪੀ ਦੀ ਹੈ, ਉਹਦੇ ਬਾਅਦ ਪੰਜਾਬ ਦੀ, ਉਹਦੇ ਬਾਅਦ ਮਹਾਰਾਸ਼ਟਰ ਤੇ ਉਹਦੇ ਬਾਅਦ ਰਾਜਸਥਾਨ ਤੇ ਇਹ ਉਹ ਕੰਟਰੀਬਿਊਸ਼ਨ ਸਾਡੀ ਓਵਰਆਲ ਘਟੀ ਹੈ। ਔਰ ਇਹ ਵੀ ਬੜੀ ਵੇਖਣ ਵਾਲੀ ਗੱਲ ਹੈ ਕਿ ਤੁਸੀਂ ਐਨਡੀਏ ਦੇ ਵਿੱਚ ਤਕਰੀਬਨ 400 ਵੈਕੈਂਸੀਆਂ ਹੁੰਦੀਆਂ ਨੇ ਹਰ ਸਾਲ, ਅਸੀਂ ਦੇਖਦੇ ਹਾਂ ਕਿ ਪੂਰੇ ਦੇਸ਼ ਵਿੱਚੋਂ ਅਸੀਂ ਉਹ 400 ਵੈਕੈਂਸੀਆਂ ਭਰ ਵੀ ਨਹੀਂ ਪਾਉਂਦੇ ਕਈ ਵਾਰੀ, ਕਿਉਂਕਿ ਆਰਮੀ, ਏਅਰਫੋਰਸ, ਨੇਵੀ ਨੇ ਆਪਣੇ ਸਟੈਂਡਰਡ ਜਿਹੜੇ ਨੇ ਮਾਪਦੰਡ, ਉਹਨਾਂ ਨੂੰ ਡਿਲੂਟ ਕਰਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ, ਉਹ ਡਿਲੂਟ ਨਹੀਂ ਕਰਦੇ। ਸੋ ਸਾਨੂੰ ਇੱਕ ਤਾਂ ਪੰਜਾਬੀ ਯੂਥ ਜਿਹੜਾ ਹੈ ਉਹਦੀ ਸੋਚ ਕਿ ਬਈ ਮੈਂ ਫੌਜ ਵਿੱਚ ਜਾਣ ਨਾਲੋਂ ਬੈਟਰ ਹੈ ਕਿ ਮੈਂ ਕੈਨੇਡਾ ਚਲਾ ਜਾਵਾਂ, ਮੈਂ ਉੱਥੇ ਜਾ ਕੇ ਮੈਨੂੰ ਜ਼ਿਆਦਾ ਡਾਲਰ ਮਿਲ ਜਾਣਗੇ, ਜਾਂ ਮੈਂ ਹੋਰ ਕੋਈ ਇਹੋ ਜਿਹੀ ਨੌਕਰੀ ਕਰਾਂ ਜਿੱਥੇ ਮੈਂ ਦਫ਼ਤਰ ਦੇ ਵਿੱਚ ਬੈਠ ਕੇ ਰੋਟੀ ਕਮਾ ਸਕਾਂ। ਇਸੀ ਆਰਮੀ ਦੀ ਲਾਈਫ ਜਿਹੜੀ ਹੈ ਨਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਹੀ ਟਫ। ਆਰਮੀ ਇਜ਼ ਏ ਵੇ ਆਫ ਲਾਈਫ। ਆਰਮੀ ਸਿਰਫ ਪ੍ਰੋਫੈਸ਼ਨ ਨਹੀਂ ਹੈ, ਆਰਮੀ ਦੇ ਵਿੱਚ ਤੁਹਾਨੂੰ ਬੜਾ ਕੁਝ, ਇੱਕ ਜ਼ਿੰਦਗੀ ਤੁਹਾਡਾ ਹਿੱਸਾ ਬਣ ਜਾਂਦੀ ਹੈ। ਆਰਮੀ ਦੇ ਵਿੱਚ ਜੋ ਕੁਝ ਸਿੱਖਿਆ ਜਾਂਦਾ ਹੈ ਜਾਂ ਜੋ ਕੁਝ ਸਿਖਾਇਆ ਜਾਂਦਾ ਹੈ, ਇਸ ਕਰਕੇ ਇਹ ਐਕਸਪੈਕਟ ਕਰਨਾ ਕਿ ਆਰਮੀ ਇੱਕ ਖੁਸ਼ੀ ਲਾਈਫ ਹੋਏਗੀ, ਉਹ ਤੇ ਠੀਕ ਨਹੀਂ ਹੈ। ਆਰਮੀ ਬਹੁਤ ਟਫ ਔਰ ਬੜੀ ਔਖੀ ਲਾਈਫ ਹੈ। ਇਸ ਕਰਕੇ ਸ਼ਾਇਦ ਅੱਜ ਦਾ ਜਵਾਨ, ਚਾਹੇ ਉਹ ਪੰਜਾਬ ਦਾ ਹੋਏ ਜਾਂ ਹੋਰ ਦੇਸ਼ ਦੇ ਕਿਸੇ ਹਿੱਸੇ ਦਾ ਹੋਏ, ਜਿਹੜਾ ਲੱਭਦਾ ਹੈ ਕਿ ਆਰਾਮ ਵਾਲੀ ਜ਼ਿੰਦਗੀ, ਕਾਰਪੋਰੇਟ ਦੇ 에ਅਰ ਕੰਡੀਸ਼ਨ ਦਫ਼ਤਰ ਦੇ ਵਿੱਚ ਬੈਠ ਕੇ ਟੈਕਨੋਲੋਜੀ ਦਾ ਮੈਂ ਕੰਮ ਕਰ ਸਕਾਂ, ਟਾਈ ਲਾ ਕੇ ਮੈਂ ਦਫ਼ਤਰ ਜਾ ਸਕਾਂ ਔਰ ਆਰਾਮ ਦੇ ਨਾਲ, ਸ਼ਾਂਤੀ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਸ਼ਾਦੀ ਦੇ ਬਾਅਦ ਫੈਮਿਲੀ ਦੇ ਨਾਲ ਰਵਾਂ, ਬੱਚਿਆਂ ਦੀ ਪੜ੍ਹਾਈ ਨੂੰ ਦੇਖਾਂ, ਉਹ ਘਰ ਬਣਾਵਾਂ, ਇਹ ਚੀਜ਼ਾਂ ਜਿਹੜੀਆਂ ਦੇਖਦੇ ਨਾ, ਜਿਹੜੀਆਂ ਈਜ਼ੀਅਰ ਵੇ ਆਫ ਲਾਈਫ ਹੈ, ਉਹ ਉਹਦੇ ਵਾਸਤੇ ਆਰਮੀ ਨਹੀਂ ਹੈ। ਠੀਕ ਹੈ ਜੀ। ਸਵਾਲ ਇੱਕ ਹੋਰ ਵੀ ਹੈ ਸਰ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਈਜ਼ੀਐਸਟ ਵੇ ਆਰਮੀ ਦੇ ਲਈ ਨਹੀਂ ਹੈ, ਜਦੋਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਪੰਜਾਬੀ ਕੈਨੇਡਾ 'ਚ ਜਾ ਕੇ ਵੀ ਉਹ ਹਾਰਡ ਲਾਈਫ ਜੀਂਦੇ ਆ, ਉੱਥੇ ਜਾ ਕੇ ਟਰੱਕ ਵੀ ਚਲਾਉਣਾ ਹੈ। ਜਿਹੜੇ ਟਰੱਕਿੰਗ ਦੇ ਵਿੱਚ ਹੈਗੇ ਆ ਲੋਕ,
ਉਹ ਬਰਫ਼ਾਂ ਦੇ ਵਿੱਚ ਮਾਈਨਸ ਦੇ ਵਿੱਚ ਉੱਥੇ ਰਹਿੰਦੇ ਆ, ਔਰ ਉਹਨਾਂ ਦੇਸ਼ਾਂ ਦੇ ਵਿੱਚ ਵੀ ਆਪਣੇ ਪਰਿਵਾਰ ਤੋਂ ਦੂਰ ਹੈ, ਔਰ ਆਰਮੀ ਦੇ ਵਿੱਚ ਵੀ ਇਹੀ ਹੁੰਦਾ ਹੈ, ਔਰ ਉਹ ਸਿਮਿਲਰ ਜਿਹੀਆਂ ਕੰਡੀਸ਼ਨਸ ਬਣਦੀਆਂ ਕਿ ਤੁਹਾਨੂੰ ਹਾਰਡ ਟਾਈਮਸ ਦੇਖਣੇ ਪੈਂਦੇ ਆ। ਤੇ ਪੰਜਾਬੀ ਹੁਣ ਆਰਮੀ 'ਚ ਜਾਣ ਦੀ ਬਜਾਏ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਆ। ਜਾਂ ਤਾਂ ਉਹ ਕਹਿੰਦੇ ਆ ਕਿ ਜੀ ਅਸੀਂ ਸਾਡਾ ਫਿਊਚਰ ਸਿਕਿਉਰ ਹੋ ਜਾਊਗਾ, ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਥੋੜ੍ਹੀ ਆਸਾਨੀ ਹੋ ਜਾਊਗੀ, ਜਾਂ ਕੋਈ ਹੋਰ ਕਾਰਨ ਹੈ। ਕਾਰਨ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ, ਜਦੋਂ ਅਪਰਚੁਨਿਟੀਜ਼ ਘੱਟ ਹੋਣ, ਜੇ ਹਿੰਦੁਸਤਾਨ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਉਹਨਾਂ ਨੂੰ ਜੌਬਸ ਦੀ ਕੋਈ ਕਮੀ ਨਾ ਹੋਏ ਜੀ, ਔਰ ਉਹਨਾਂ ਦੀ ਜੋ ਵੀ ਕੰਮ ਕੀਤਾ ਜਾਏ ਉਹਦੀ ਜੇ ਇੱਜ਼ਤ ਹੋਏ ਔਰ ਉਹੀ ਰਿਸਪੈਕਟ ਉਹਨਾਂ ਨੂੰ ਮਿਲੇ ਜਿਹੜੀ ਫਾਰਨ ਦੇ ਵਿੱਚ ਮਿਲਦੀ ਹੈ, ਤੇ ਸ਼ਾਇਦ ਕੋਈ ਬਾਹਰ ਜਾਣਾ ਪਸੰਦ ਨਹੀਂ ਕਰੇਗਾ ਜੀ। ਕਿਉਂ, ਮੈਨੂੰ ਪਤਾ ਹੈ ਕਿ ਮੈਂ ਬਾਹਰ ਕਈ ਵਾਰੀ ਜਾ ਕੇ ਮਿਲਦੇ ਹਾਂ ਜਦੋਂ ਅਸੀਂ ਟੈਕਸੀ ਡਰਾਈਵਰ ਜਾਂ ਦੂਜੇ ਬੰਦਿਆਂ ਨੂੰ, ਤੇ ਉਹ ਸਾਨੂੰ ਦੱਸਦੇ ਰਹੇ, ਕਹਿੰਦੇ ਸਰ ਸਾਨੂੰ ਇੱਥੇ ਪੁਲਿਸ ਵਾਲਾ ਸਰ ਕਹਿ ਕੇ ਕਹਿੰਦਾ ਜੀ, ਜੇ ਮੈਂ ਟੈਕਸੀ ਚਲਾਉਣਾ, ਕਹਿੰਦਾ ਅਸੀਂ ਉੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਨੂੰ ਓਏ ਕਰਕੇ ਬੁਲਾਉਂਦੇ ਨੇ ਜੀ। ਹੁਣ ਜੇ ਤੁਸੀਂ ਕੁਆਲਿਟੀ ਆਫ ਲਾਈਫ ਇਹੋ ਜਿਹੀ ਪੈਦਾ ਕਰ ਸਕੋ, ਇੱਥੇ ਜੌਬਸ ਵੀ ਅਵੇਲੇਬਲ ਹੋਣ, ਉਸ ਜਿਸ ਟਾਈਪ ਦੀ ਵੀ ਜੌਬ ਕਰੇ, ਚਾਹੇ ਉਹ ਮਜ਼ਦੂਰੀ ਹੋਏ, ਚਾਹੇ ਕੁਛ ਹੋਏ, ਟੈਕਸੀ ਹੋਏ, ਕਿਸੇ ਕੰਮ ਦਾ, ਪਲੰਬਰ ਦਾ ਹੋਏ, ਕਾਰਪੈਂਟਰ ਦਾ ਕੰਮ ਹੋਏ, ਉਹਦੇ 'ਚ ਉਹਨੂੰ ਉਹਦੀ ਮਿਹਨਤ ਦਾ ਫਲ ਜਿਹੜਾ ਉਨਾ ਕੁ ਮਿਲੇ ਔਰ ਉਹਦੀ ਇੱਜ਼ਤ ਹੋਏ, ਤੇ ਫਿਰ ਕਿਉਂ ਕੋਈ ਜਾਣਾ ਚਾਹੇਗਾ ਫਾਰਨ ਕੰਟਰੀਜ਼ 'ਚ। ਦੂਜੀ ਗੱਲ ਇਹ ਹੈ ਸੋਚਣ ਵਾਲੀ ਕਿ ਇਹ ਯੂਥ ਨੂੰ ਸਮਝਾਉਣ ਦੀ ਲੋੜ ਹੈ। ਦੇਖੋ, ਯੂਥ ਜਿਹੜਾ ਹੁੰਦਾ, ਜਵਾਨੀ ਜਿਹੜੀ ਹੁੰਦੀ ਹੈ 15, 18, 20 ਸਾਲ ਦੇ ਵਿੱਚ, ਉਹਦੇ 'ਚ ਜਿਵੇਂ ਜ਼ਿੰਦਗੀ ਤੁਹਾਡੇ ਨਾਲ ਖੇਲਦੀ ਹੈ, ਜਿਵੇਂ ਸ਼ਤਰੰਜ ਦੇ ਉੱਤੇ ਮੋਹਰੇ ਹੁੰਦੇ ਨਾ, ਇਸ ਤਰ੍ਹਾਂ ਜ਼ਿੰਦਗੀ ਤੁਹਾਡੇ ਨਾਲ ਖੇਲਦੀ ਹੈ। ਹੁਣ ਉਹ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਦੇ ਆਰ ਨਾਟ ਵੈਰੀ ਕਲੀਅਰ ਕਿ ਵਾਟ ਦੇ ਵਾਂਟ ਫਰਮ ਲਾਈਫ, ਜ਼ਿੰਦਗੀ 'ਚੋਂ ਚਾਹੁੰਦੇ ਕੀ ਨੇ ਉਹ, ਇਹ ਬੱਚਿਆਂ ਨੂੰ ਨਹੀਂ ਪਤਾ। ਉਹਨਾਂ ਨੂੰ ਕੋਈ ਦੱਸੇ ਕਿਹਦੀ ਰਿਸਪੌਂਸਿਬਿਲਟੀ ਹੈ, ਪੇਰੈਂਟਸ ਦੀ ਤੇ ਟੀਚਰ ਦੀ, ਤੇ ਸ਼ਾਇਦ ਸਾਡੇ ਵਰਗੇ ਕੁਝ ਲੋਕ ਬਜ਼ੁਰਗ ਜਿਹੜੇ ਨੇ, ਸਾਡੀ ਵੀ ਰਿਸਪੌਂਸਿਬਿਲਟੀ ਹੈ ਵੀ ਅਸੀਂ ਉਹਨਾਂ ਨੂੰ ਸਮਝਾਇਆ ਜਾਏ, ਇਹੋ ਜਿਹਾ ਐਟਮੋਸਫੇਅਰ ਕ੍ਰੀਏਟ ਕੀਤਾ ਜਾਏ ਕਿ ਉਹਨਾਂ ਨੂੰ ਇਹ ਗੱਲ ਸਮਝ ਲੱਗੇ ਕਿ ਪ੍ਰੋਜ਼ ਐਂਡ ਕੌਨਸ, ਕਿ ਕੀ ਫਾਇਦੇ ਨੇ ਹਿੰਦੁਸਤਾਨ 'ਚ ਰਹਿ ਕੇ ਦੇਸ਼ ਦੀ ਸੇਵਾ ਕਰਨੀ, ਉਹਦੇ ਵਾਸਤੇ ਮਰ ਮਿਟਣ ਦਾ ਜਿਹੜਾ ਜਜ਼ਬਾ ਤੁਹਾਡੇ ਕੋਲ, ਉਹਨੂੰ ਇਸਤੇਮਾਲ ਕਰਕੇ ਇੱਕ ਇੱਜ਼ਤ ਵਾਲੀ ਆਨਰੇਬਲ ਜੌਬ ਕੀਤੀ ਜਾਏ। ਔਰ ਇਹ ਗੱਲ ਸਮਝਣ ਵਾਲੀ ਹੈ ਅਮਨਦੀਪ ਜੀ, ਜਿਹੜੀ ਮੈਂ ਬੜੀ ਜ਼ਰੂਰੀ ਸਮਝਣਾ, ਉਹ ਇਹ ਹੈ ਕਿ ਆਰਮੀ ਸਿਰਫ ਤੁਹਾਨੂੰ 20 ਸਾਲ, 25 ਸਾਲ, 30 ਸਾਲ, 35 ਸਾਲ ਵਾਸਤੇ ਤਿਆਰ ਨਹੀਂ ਕਰਦੀ ਜੀ। ਆਰਮੀ ਜਾਂ 에ਅਰ ਫੋਰਸ, ਨੇਵੀ, ਉਹ ਤੁਹਾਨੂੰ ਪੂਰੀ ਜ਼ਿੰਦਗੀ ਵਾਸਤੇ, ਫॉर योर एंटायर ਲਾਈਫ, ਉਹ ਤੁਹਾਨੂੰ ਤਿਆਰ ਕਰ ਦਿੰਦੀ ਹੈ। ਜਿਹੋ ਜਿਹੀਆਂ ਵੈਲਿਊਜ਼, ਜਿਹੋ ਜਿਹਾ ਸਿਸਟਮ, ਜਿਹੋ ਜਿਹਾ ਕਰੈਕਟਰ ਉਹ ਤੁਹਾਡੇ ਵਿੱਚ ਇੰਬਾਈਬ ਕਰ ਦਿੰਦੀ ਹੈ ਜਾਂ ਤੁਸੀਂ ਅਡਾਪਟ ਕਰ ਲੈਂਦੇ ਹੋ, ਉਹ ਤੁਹਾਨੂੰ ਰਿਟਾਇਰਮੈਂਟ ਦੇ ਬਾਅਦ ਵੀ ਕੰਮ ਆਉਂਦਾ ਹੈ ਜੀ। ਤੇ ਸਿਕਿਉਰਿਟੀ ਤਾਂ ਹੈ ਹੀ ਹੈ। ਫਿਰ ਬੱਚਿਆਂ ਨੂੰ ਜੇ ਐਡਵੈਂਚਰਸ ਲਾਈਫ ਚਾਹੀਦੀ ਹੈ, ਥਿੰਕ ਆਫ ਐਨੀ ਸਪੋਰਟ, ਐਨੀਥਿੰਗ। ਤੁਸੀਂ ਜੇ ਕੋਈ ਵੀ ਗੇਮ ਖੇਲਣੀ ਹੈ, ਹਾਕੀ, ਫੁੱਟਬਾਲ, ਸਵਿਮਿੰਗ, ਹਾਰਸ ਰਾਈਡਿੰਗ, ਆਰਚਰੀ, ਕੁਛ ਵੀ ਤੁਸੀਂ ਕਰਨਾ ਚਾਹੁੰਦੇ ਹੋ, ਗੋਲਫ, ਤੁਸੀਂ ਕੋਈ ਚੀਜ਼ ਵੀ ਸਪੋਰਟ ਜਿਹੜੀ ਹੈ ਐਡਵੈਂਚਰ ਸਪੋਰਟ ਉਹ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਅਵੇਲੇਬਲ ਨੇ ਫੈਸਿਲਿਟੀਜ਼ ਹਰ ਜਗ੍ਹਾ ਦੇ ਉੱਤੇ। ਇਹਦੇ ਨਾਲ ਤੁਹਾਡੀ ਫਿਜ਼ੀਕਲ ਫਿਟਨੈਸ, ਉਹਦੇ ਉੱਤੇ ਪੂਰਾ ਕੰਮ ਕੀਤਾ ਜਾਂਦਾ ਹੈ। ਤੁਹਾਡੀ ਮੈਂਟਲ ਟਫਨੈਸ, ਤੁਹਾਡੀ ਇਮੋਸ਼ਨਲ ਐਜਿਲਿਟੀ, ਕਿ ਤੁਸੀਂ ਆਪਣੇ ਇਮੋਸ਼ਨ ਨੂੰ ਕਿਵੇਂ ਹੈਂਡਲ ਆਰਮੀ ਉਹਦੇ ਉੱਤੇ ਵੀ ਕੰਮ ਕਰਦੀ ਹੈ। ਫਿਰ ਉਹਦੇ ਬਾਅਦ ਆਰਮੀ, 에ਅਰ ਫੋਰਸ, ਨੇਵੀ ਤੁਹਾਨੂੰ ਇੰਜੀਨੀਅਰਿੰਗ, ਮੈਨੇਜਮੈਂਟ, ਟੈਕਨੋਲੋਜੀ, ਕੋਈ ਵੀ ਫੀਲਡ ਦੁਨੀਆ ਦਾ ਜਿਹੜਾ ਉਹਦੇ 'ਚ ਤਿਆਰ ਕਰਦੀ ਹੈ। ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵੀ ਕਰਵਾਉਂਦੀ ਹੈ, ਤੁਹਾਨੂੰ ਪੜ੍ਹਾਉਂਦੀ ਵੀ ਹੈ, ਡਿਪਲੋਮਾ ਵੀ ਕਰਵਾਉਂਦੀ ਜਵਾਨਾਂ ਨੂੰ, ਤਾਂ ਕਿ ਜਦੋਂ ਤੁਸੀਂ ਰਿਟਾਇਰ ਹੋ ਤੇ ਤੁਹਾਡੇ ਕੋਲ ਇੰਨੀ ਕੁ ਨੌਲੇਜ ਤੇ ਸਕਿੱਲ ਹੋਏ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ, ਰਿਟਾਇਰਡ ਲਾਈਫ ਨੂੰ ਬੜੇ ਕੰਫਰਟੇਬਲੀ, ਆਰਾਮ ਨਾਲ, ਪੈਨਸ਼ਨ ਤਾਂ ਮਿਲਦੀ ਹੈ ਬਿਲਕੁਲ, ਪਰ ਉਹਦੇ ਨਾਲ ਤੁਹਾਡੇ ਕੋਲ ਇੰਨਾ ਕੁਝ ਹੋਇਆ ਸਕਿੱਲ ਕਿ ਤੁਸੀਂ ਕੁਝ ਹੋਰ ਵੀ ਕੰਮ ਕਰ ਸਕੋ ਜੀ। ਸੋ ਇਸ ਕਰਕੇ ਮੈਂ ਸਮਝਣਾ ਆਰਮੀ 'ਚ ਜਾਣਾ ਜਾਂ 에ਅਰ ਫੋਰਸ ਜਾਂ ਨੇਵੀ ਜਾਣਾ ਇਹ ਵਿਨ ਵਿਨ ਸਿਚੁਏਸ਼ਨ ਹੈ। ਤੇ ਜਿਹੜੇ ਕਮਾਲ ਦੇ ਸਾਡੇ ਗ੍ਰੇਟ ਕਈ ਸੋਲਜਰ ਆਰਮੀ ਦੇ ਵਿੱਚ, ਤੁਸੀਂ ਜਨਰਲ ਅਰੋੜਾ ਦਾ ਨਾਮ ਸੁਣਦੇ ਹੋ, ਤੁਸੀਂ ਜਨਰਲ ਹਰਬਖਸ਼ ਸਿੰਘ ਹੋਰਾਂ ਦਾ ਨਾਮ ਸੁਣਦੇ ਹੋ, ਔਰ 에ਅਰ ਚੀਫ ਮਾਰਸ਼ਲ ਜਿਹੜੇ ਸਾਡੇ ਮਾਰਸ਼ਲ ਆਫ ਦੀ 에ਅਰ ਫੋਰਸ ਅਰਜਨ ਸਿੰਘ, ਉਹਨਾਂ ਦਾ ਨਾਮ ਸੁਣਦੇ ਹੋ, ਤੇ ਤੁਹਾਡਾ ਸੀਨਾ ਫਖਰ ਦੇ ਨਾਲ ਚੌੜਾ ਹੋ ਜਾਂਦਾ ਕਿ ਇੰਨੇ ਮਹਾਨ ਲੋਕ ਸਨ ਜਿਨ੍ਹਾਂ ਨੇ ਪੂਰੀ ਦੀ ਪੂਰੀ ਆਪਣੀ ਜ਼ਿੰਦਗੀ ਜਿਹੜੀ ਹੈ ਡੈਡੀਕੇਟ ਕਰ ਦਿੱਤੀ ਜੀ ਆਪਣੀ ਫੋਰਸ, ਆਪਣੇ ਦੇਸ਼ ਵਾਸਤੇ। ਸੋ ਮੈਨੂੰ ਲੱਗਦਾ ਹੈ ਵੀ ਇਹ ਗੱਲਾਂ ਸ਼ਾਇਦ ਅੱਜ ਦੇ ਯੂਥ ਨੂੰ ਸਮਝਾਉਣ ਦੀ ਲੋੜ ਹੈ, ਕਿਉਂਕਿ ਉਹ ਆਪਣੇ ਆਪ ਸ਼ਾਇਦ ਉਹ ਨਹੀਂ ਸਮਝ ਪਾ ਰਿਹਾ ਜੀ, ਔਰ ਇਹੋ ਜਿਹਾ এনवायरमेंट ਨਹੀਂ ਸਾਡੇ ਘਰਾਂ ਦੇ ਵਿੱਚ, ਪੇਰੈਂਟਸ ਨਹੀਂ ਸਮਝਾਉਂਦੇ ਇਹ ਗੱਲ,
ਪੇਰੈਂਟਸ ਕੋਲ ਟਾਈਮ ਨਹੀਂ, ਟੀਚਰਸ ਹੈਵ ਐਬਡੀਕੇਟਡ देयर ਰਿਸਪੌਂਸਿਬਿਲਿਟੀ, ਕਿਉਂਕਿ ਉੱਥੇ ਇੰਨਾ ਪ੍ਰੈਸ਼ਰ ਹੈ ਕਰੀਕੁਲਮ ਦਾ ਕਿ ਇਹ ਪੜ੍ਹਾਓ ਤੇ 95% ਨੰਬਰ ਲਿਆਓ ਬੱਚੇ ਨੂੰ ਜੀ। ਇਸ ਕਰਕੇ ਟੀਚਰ ਕੋਲ ਟਾਈਮ ਨਹੀਂ ਇਹੋ ਜਿਹੀ ਕੰਮ ਕਰਨ ਦਾ। ਬਿਲਕੁਲ। ਫਿਰ ਹੋਰ ਕੌਣ ਕਰੇਗਾ? ਇਹਦੇ ਵਾਸਤੇ ਹੀ ਮੈਂ ਸੋਚਣਾ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਮੈਂ ਇਹ ਵੀ ਮੈਂਸ਼ਨ ਕਰਾਂ ਜੀ। ਕਿ ਹੋਰ ਕੋਈ ਗੱਲ ਕਰ ਸਕਦੇ ਆ ਕੰਟੀਨਿਊ? ਬਿਲਕੁਲ ਬਿਲकुल ਕਰ ਤੇ ਸਕਦੇ। ਇਹਦੇ 'ਚ ਮੈਂ ਸਮਝਣਾ ਵੀ ਕੋਈ ਡਿਸਟ੍ਰਿਕਟ ਨੂੰ ਲੈ ਕੇ ਐਜ਼ ਏ ਪਾਇਲਟ ਪ੍ਰੋਜੈਕਟ ਜੀ। ਜਲੰਧਰ ਲਿਆ ਜਾਏ, ਕਿਉਂਕਿ ਦੁਆਬੇ ਦੇ ਵਿੱਚ ਸਾਡੇ ਮੈਕਸਿਮਮ ਬੱਚਿਆਂ ਦੇ ਵਿੱਚ ਜਿਹੜਾ ਓਬਸੈਸ਼ਨ ਹੈ ਨਾ ਕੈਨੇਡਾ ਜਾਣ ਦਾ, ਉਹ ਬਹੁਤ ਜ਼ਿਆਦਾ ਜੋਸ਼ ਹੈ ਕਿ ਕਨਾਡਾ ਜਾਣਾ ਹਰ ਚੀਜ਼ ਦੇ ਉੱਤੇ, ਕਿ ਕੁਝ ਵੀ ਹੋ ਜਾਏ ਮੈਂ ਤਾਂ ਜਾਣਾ ਹੈ। ਔਰ ਪੰਜਾਬੀ ਪਿਕਚਰਾਂ ਬਣਾ ਕੇ ਲੋਕਾਂ ਨੇ ਔਰ ਦਿਖਾ ਕੇ ਉੱਥੋਂ ਦੀਆਂ ਵਧੀਆ ਫੋਟੋ ਕੈਨੇਡਾ ਦੀਆਂ, ਉੱਥੋਂ ਦੀ ਸਟਰਗਲ ਨਹੀਂ ਕੋਈ ਦਿਖਾਉਂਦਾ। ਨਹੀਂ ਬਿਲਕੁਲ, ਉੱਥੋਂ ਦੀ ਸਟਰਗਲ ਕੋਈ ਨਹੀਂ ਦਿਖਾਉਂਦਾ। ਕੈਨੇਡਾ 'ਚ ਕੀ ਸਟਰਗਲ ਹੁੰਦੀ ਹੈ, ਕਿਵੇਂ ਬੱਚੇ ਦੀ ਕੀ ਜਾ ਕੇ ਕੰਮ ਕਰਦੇ ਨੇ, ਉੱਥੇ ਦਿਖਾਉਂਦੇ ਉਹੋ ਹੀ ਨੇ ਵੀ ਉੱਥੋਂ ਦੀਆਂ ਖੂਬਸੂਰਤ ਪਹਾੜੀਆਂ ਤੇ ਉੱਥੋਂ ਖੂਬਸੂਰਤ ਸੜਕਾਂ ਤੇ ਉੱਥੋਂ ਦੇ ਪੱਬ ਤੇ ਵੱਡੀਆਂ ਗੱਡੀਆਂ, ਉਹ ਸਾਰੀਆਂ, ਔਰ ਸੂਟ ਔਰ ਬੂਟ ਔਰ 에ਅਰ ਕੰਡੀਸ਼ਨ, ਉਹ ਸਾਰੀਆਂ ਚੀਜ਼ਾਂ ਤੇ ਜ਼ਰੂਰ ਦਿਖਾਉਂਦੇ ਨੇ। ਪਰ ਉੱਥੋਂ ਦੀ ਸਟਰਗਲ ਜਿਹੜੀ ਪਹਿਲੇ 2 3 4 ਸਾਲ ਇੰਨੀ ਮਿਹਨਤ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਚੂਸ ਕੇ ਰੱਖ ਲੈਂਦੀ ਹੈ ਜੀ, ਤੁਹਾਡੇ ਕੁਝ ਛੱਡਦੀ ਨਹੀਂ ਬਾਕੀ ਕਰਨ ਵਾਸਤੇ। ਤੁਸੀਂ 10 ਸਾਲ ਉੱਥੇ ਨੌਕਰੀ ਕਰਕੇ ਨਾ ਫਿਰ ਤੁਸੀਂ ਉਹ ਫਿੱਟ ਨਹੀਂ ਰਹਿੰਦੇ ਕੁਝ ਹੋਰ ਸਿੱਖਣ ਵਾਸਤੇ ਜਾਂ ਕਰਨ ਵਾਸਤੇ ਮੇਰੇ ਹਿਸਾਬ ਨਾਲ। ਸੋ ਮੈਂ ਸਮਝਣਾ ਕਿ ਇੱਕ ਪਾਇਲਟ ਪ੍ਰੋਜੈਕਟ ਦੁਆਬੇ ਦੇ ਵਿੱਚ ਜੀ ਜਲੰਧਰ ਦੇ ਵਿੱਚ ਸ਼ੁਰੂ ਕੀਤਾ ਜਾਏ, ਜਿੱਥੇ ਜਿਹੜਾ ਡਿਫੈਂਸ ਸਰਵਿਸਿਜ਼ ਵੈਲਫੇਅਰ ਦਾ ਬੋਰਡ ਹੈ ਸਾਡਾ ਪੰਜਾਬ ਦਾ, ਉਹਦੀ ਮਦਦ ਲੈ ਕੇ ਜੀ ਕੁਝ ਫਾਰਮਰ ਸੋਲਜਰਸ ਨੂੰ ਜੀ ਐਜ਼ ਮੈਂਟੋਰਸ ਬਣਾਇਆ ਜਾਏ। ਬਿਲਕੁਲ। ਗਵਰਨਮੈਂਟ ਨੂੰ ਪੈਸਾ ਖਰਚ ਕਰਨ ਦੀ ਲੋੜ ਨਹੀਂ, ਕਿਉਂਕਿ ਗਵਰਨਮੈਂਟਾਂ ਜਿਹੜੀਆਂ ਪੈਸਾ ਖਰਚ ਕਰਨ ਤੋਂ ਹੀ ਸ਼ਰਮਾਉਂਦੀਆਂ ਨੇ, ਘਬਰਾਉਂਦੀਆਂ ਨੇ, ਖਤਰਾਉਂਦੀਆਂ ਨੇ ਵੀ ਪੈਸਾ ਨਹੀਂ ਖਰਚ ਕਰਨਾ। ਇਹਦੇ ਵਿੱਚ ਵਾਲੰਟੀਅਰ ਤੁਹਾਨੂੰ ਮਿਲਣਗੇ ਜਿਹੜੇ ਸਕੂਲਾਂ 'ਚ, ਕਾਲਜਾਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ ਜਾ ਕੇ ਉਸ ਏਰੀਏ ਦੇ ਵਿੱਚ ਪਰਟੀਕੂਲਰ ਏਰੀਆ ਉਹਦੀ ਪਲਾਨ ਬਣਾਈ ਜਾ ਸਕਦੀ ਹੈ, ਪੱਕਾ ਪ੍ਰੋਗਰਾਮ ਬਣਾ ਕੇ, ਉਹਦੀ ਸ਼ਡਿਊਲ ਬਣਾ ਕੇ ਉੱਥੇ ਜਾ ਕੇ ਉਹਨਾਂ ਨੂੰ ਸਮਝਾਉਣ ਕਿ ਬੱਚਿਓ what is available in India, what is available in Punjab and what is available, ਉਹਦੇ ਪ੍ਰੋਜ਼ ਐਂਡ ਕੌਨਸ ਸਮਝੇ ਜਾਣ ਕਿ ਇਹਦੇ ਕੀ ਫਾਇਦੇ ਨੇ, ਫਿਰ ਲੈਟ them take their decision। ਬਿਲਕੁਲ। ਉਹਨਾਂ ਕੋਲ ਇਹ ਚੀਜ਼ ਇੱਕੋ ਡਿਸੀਜਨ ਲੈਣ ਵਾਸਤੇ ਕੁਝ ਇੱਕ ਬਲੂਪ੍ਰਿੰਟ ਖਾਕਾ ਉਹਦੇ ਅਵੇਲੇਬਲ ਹੋਏ। ਹੁਣ ਉਹਨਾਂ ਕੋਲ ਇੱਕੋ ਹੀ ਖਾਕਾ ਹੈ ਉਹਨਾਂ ਦੇ ਦਿਮਾਗ ਦੇ ਵਿੱਚ, ਜਿਹੜਾ ਪੰਜਾਬੀ ਫਿਲਮਾਂ ਨੇ, ਪੰਜਾਬੀ ਗਾਣਿਆਂ ਨੇ ਤੇ ਉੱਥੋਂ ਦੇ ਕਨਾਡਾ ਦੀਆਂ ਗੋਰੀਆਂ ਚਿੱਟੀਆਂ ਕੁੜੀਆਂ ਨੇ ਉਹ ਬਣਾਇਆ ਹੋਇਆ ਨਾ, ਉਹ ਹੈ ਉਹਨਾਂ ਦੇ ਦਿਮਾਗ ਦੇ ਖਾਕਾ। ਉਹਨਾਂ ਕੋਲ ਦੂਜਾ ਖਾਕਾ ਕਿ ਕੀ ਪੋਟੈਂਸ਼ੀਅਲ ਹੈ ਮੇਰਾ, ਕੀ ਮੇਰੀ ਬੈਕਗਰਾਉਂਡ ਹੈ। ਅਮਨਦੀਪ ਜੀ, ਆਪਣੇ ਇਤਿਹਾਸ ਨੂੰ ਜਾਣਨਾ ਜੀ, ਆਪਣੇ ਇਤਿਹਾਸ ਉੱਤੇ ਫਖਰ ਕਰਨਾ ਜੀ, ਔਰ ਇਹ ਸਮਝਣਾ ਕਿ ਮੈਂ ਕਿਹੜੀ ਬੈਕਗਰਾਉਂਡ ਦਾ ਬੰਦਾ ਤੇ ਮੇਰੇ ਕੋਲ ਕੀ ਪੋਟੈਂਸ਼ੀਅਲ ਤੇ ਮੈਂ ਕੀ ਕਰ ਸਕਣਾ ਜੀ, ਇਹ ਆਮ ਬੱਚੇ ਨੂੰ ਸਮਝਣ ਦੀ ਬਹੁਤ ਸਖਤ ਜ਼ਰੂਰਤ ਹੈ। ਬਿਲਕੁਲ। ਸਾਨੂੰ ਪਤਾ ਹੋਊਗਾ ਕਿ ਸਾਡੀਆਂ ਰਗਾਂ ਦੇ ਵਿੱਚ ਕਿਹੜਾ ਖੂਨ ਹੈ ਤੇ ਉਸ ਖੂਨ ਨੇ ਕੀ ਕੁਝ ਕੀਤਾ ਤਾਂ ਹੀ ਅਸੀਂ ਕੁਝ ਅੱਗੇ ਚੰਗਾ ਕਰ ਸਕਦੇ ਹਾਂ। ਮੈਂ ਪੁੱਛਦਾ ਕਿ ਜਦੋਂ ਕੁਝ ਦਹਾਕੇ ਪਿੱਛੇ ਜਾਈਏ, ਜਦੋਂ ਤੁਸੀਂ ਆਰਮਡ ਫੋਰਸਿਸ ਨੂੰ ਜੁਆਇਨ ਕੀਤਾ, ਉਹਨਾਂ ਵੇੜਿਆਂ ਦੇ ਵਿੱਚ ਸਿਪਾਹੀ ਦੇ ਲੈਵਲ ਤੇ ਕਿੰਨੇ ਕੁ ਪੰਜਾਬੀ ਜਾਂਦੇ ਸੀ ਤੇ ਆਫਿਸਰ ਲੈਵਲ ਤੇ ਕਿੰਨੇ ਕੁ ਲੋਕ ਜੁਆਇਨ ਕਰਦੇ ਸੀ? ਅਮਨਦੀਪ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਵਾਨ ਜਿਹੜਾ ਆਮ ਤੌਰ ਤੇ ਦੇਖੋ, ਇੱਕ ਤਾਂ ਉਦੋਂ ਐਜੂਕੇਸ਼ਨ ਲੈਵਲ ਜਿਹੜਾ ਰਿਕੁਆਇਰਡ ਹੁੰਦਾ ਸੀ ਨਾ ਸੋਲਜਰ ਦੇ ਜੁਆਇਨ ਕਰਨ ਵਾਸਤੇ, ਉਹ ਬੜਾ ਹੇਠਾਂ ਸੀ ਜੀ। 8ਵੀਂ ਦਾ ਪਾਸ ਬੱਚਾ ਵੀ ਜਿਹੜਾ ਉਹ ਵੀ ਆ ਸਕਦਾ ਸੀ। ਉਹਦੇ ਬਾਅਦ ਮੈਟ੍ਰਿਕ ਹੋਇਆ, ਉਹਦੇ ਬਾਅਦ 10+2 ਹੋਇਆ। ਸੋ ਇੱਕ ਤਾਂ ਐਜੂਕੇਸ਼ਨ ਸਟੈਂਡਰਡ ਜਿਹੜੇ ਨਾ ਵੱਧਦੇ ਗਏ, ਔਰ ਕਿਉਂਕਿ ਐਜੂਕੇਸ਼ਨ ਬੜੇ ਬੱਚੇ ਜਿਹੜੇ ਨਾ ਸਮਝਦੇ ਨੇ ਵੀ ਪੜ੍ਹਾਈ ਦੀ ਲੋੜ ਨਹੀਂ ਆਰਮੀ ਦੇ ਵਿੱਚ, ਤੇ ਕੁਝ ਕਰਕੇ ਉਹਨੂੰ ਛੱਡ ਦੇਣਾ ਜਾਂ ਨਿਕਲ ਜਾਣਾ। ਔਰ ਦੇਖਿਆ ਗਿਆ ਹੈ ਕਿ ਪੂਰੇ ਇੰਡੀਆ ਦੇ ਵਿੱਚ 9th ਤੇ 10th ਦੇ ਵਿੱਚ ਮੈਕਸਿਮਮ ਡਰਾਪ ਆਊਟ ਹੁੰਦੇ ਨੇ ਬੱਚੇ ਹੁਣ। ਸੋ ਬੜੇ ਬੱਚੇ ਜਿਹੜੇ ਨਾ ਉਹ ਐਲੀਜੀਬਲ ਨਹੀਂ ਰਹਿੰਦੇ। ਦੂਜਾ, ਆਰਮੀ ਹੁਣ ਜਿਹੜਾ ਨਾ ਇਹੋ ਜਿਹੇ ਸਟੈਂਡਰਡ ਆਰਮੀ ਨੇ ਵੀ ਇਨਕਰੀਜ਼ ਕਰ ਲਏ ਨੇ, ਬਿਕਾਜ਼ ਅਸੀਂ ਸਿਰਫ ਇੰਡੀਅਨ ਆਰਮੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਛੋਟੀ ਜਿਹੀ ਜਗ੍ਹਾ ਦੇ ਉੱਤੇ ਉਹ ਨਹੀਂ ਹੈ। ਇੰਡੀਅਨ ਆਰਮੀ ਇਜ਼ ਟੂ ਬਿਕਮ ਏ ਗਲੋਬਲ ਕਾਈਂਡ ਆਫ ਆਰਮੀ, ਜਿੱਥੇ ਤੁਹਾਨੂੰ ਹਰ ਚੀਜ਼ ਨੂੰ ਸੋਫਿਸਟੀਕੇਸ਼ਨ ਵੱਧ ਗਈਆਂ ਨੇ ਜੀ, ਹੈ ਨਾ। ਵੈਪਨ ਸਿਸਟਮ, ਟੈਕਨੋਲੋਜੀ, ਚਾਹੇ ਉਹ ਗਨਸ ਹੋਣ, ਚਾਹੇ ਮਿਸਾਈਲ ਸਿਸਟਮਸ ਹੋਣ, ਚਾਹੇ ਟੈਂਕਸ ਹੋਣ, ਚਾਹੇ ਰਡਾਰਸ ਹੋਣ, ਉਹ ਸਾਰੇ ਦੇ ਸਾਰੇ ਟੈਕਨੋਲੋਜੀਕਲੀ ਇੰਨੇ ਸੋਫਿਸਟੀਕੇਟਡ ਹੋ ਗਏ ਨੇ ਕਿ ਉਹਨਾਂ ਦੀ ਟ੍ਰੇਨਿੰਗ, ਉਹਨਾਂ ਨੂੰ ਯੂਜ਼ ਕਰਨਾ, ਉਹਨਾਂ ਵਾਸਤੇ ਚਾਹੇ ਉਹ ਗਨਰ ਹੋਏ, ਅਰਟਿਲਰੀ ਦਾ ਬੰਦਾ, ਚਾਹੇ ਇਨਫੈਂਟਰੀ ਦਾ ਸੋਲਜਰ ਹੋਏ, ਉਹਨੂੰ ਇੱਕ ਆਪਣੀ ਵਧੀਆ ਸੋਫਿਸਟੀਕੇਟਡ ਲੇਟੈਸਟ ਰਾਈਫਲ ਯੂਜ਼ ਕਰਨ ਵਾਸਤੇ ਵੀ ਬੜੀ ਅਕਲ ਦੀ ਜ਼ਰੂਰਤ ਹੈ, ਟ੍ਰੇਨਿੰਗ ਜ਼ਿਆਦਾ ਦੀ ਜ਼ਰੂਰਤ ਹੈ। ਇਸ ਕਰਕੇ ਸੋਫਿਸਟੀਕੇਸ਼ਨ ਵੱਧ ਗਈ ਹੈ।
ਬੱਚਿਆਂ ਦੇ ਲੈਵਲ ਆਫ ਐਜੂਕੇਸ਼ਨ ਸ਼ਾਇਦ ਉਹ ਨਹੀਂ ਆਇਆ। ਇਸ ਕਰਕੇ ਜਦੋਂ ਟੈਸਟ ਕੀਤੇ ਜਾਂਦੇ ਨੇ, ਫਿਜ਼ੀਕਲ ਟੈਸਟ ਤੇ ਇੱਕ ਚੀਜ਼ ਹੈ, ਫਿਜ਼ੀਕਲ ਟੈਸਟ ਤਾਂ ਜੇ ਥੋੜੀ ਬਹੁਤ ਕਮੀ ਵੀ ਹੋਏ ਤੇ ਉਹ ਆਰਮੀ ਆਪੇ ਪੂਰੀ ਕਰਵਾ ਲੈਂਦੀ ਹੈ, ਬਾਅਦ ਚ ਰਗੜਾ ਲਗਾ ਕੇ ਉਹ ਫਿੱਟ ਹੋ ਜਾਂਦੇ ਨੇ, ਉਹਦੇ ਚ ਕੋਈ ਉਹ ਨਹੀਂ। ਜਿਹੜਾ ਤੁਹਾਡਾ ਸਾਈਕੋਲੋਜੀਕਲ ਲੈਵਲ ਜੀ ਕਿ ਯੂ ਆਰ ਸੂਟੇਬਲ ਟੂ ਡਾਈ ਫਾਰ ਦੀ ਕੰਟਰੀ, ਇਹ ਜਿਹੜਾ ਲੱਭਦੇ ਨਾ ਉਹ ਕਈ ਵਾਰੀ ਨਹੀਂ ਲੱਭਦਾ, ਬਿਕਾਜ਼ ਆਦਮੀ ਦੀ ਬੱਚਿਆਂ ਦੀ ਸੋਚ ਜਿਹੜੀ ਹੈ ਨਾ ਉਹ ਇਹੋ ਜਿਹੀ ਨਹੀਂ ਰਹੀ ਕਿ ਮੈਂ ਦੇਸ਼ ਦੇ ਉੱਤੇ ਮਰ ਮਿਟਣਾ। ਤੇ ਦੂਜਾ ਐਜੂਕੇਸ਼ਨ ਲੈਵਲ ਜਾਂ ਉਹਨਾਂ ਦੇ ਐਂਟਰੈਂਸ ਐਗਜ਼ਾਮ ਪਾਸ ਕਰਨ ਦੀ ਕੈਪੇਬਿਲਿਟੀ ਇਸੇ ਕਰਕੇ ਘਟੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਵੀ ਹੁਣ ਜਦੋਂ ਵੀ ਅੱਜ ਕੱਲ੍ਹ ਦੇ ਸੋਲਜਰ ਦੇ ਨਾਲ ਕਿਧਰੇ ਇੰਟਰੈਕਟ ਕਰਨਾ, ਗੱਲਬਾਤ ਕਰਨਾ, ਦੋਸਤਾਂ ਨਾਲ ਗੱਲਬਾਤ ਕਰਨੇ ਆ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਵਾਨ ਲੈਵਲ ਦੇ ਉੱਤੇ ਔਰ ਆਫਸਰਸ ਲੈਵਲ ਦੇ ਉੱਤੇ ਜਿਹੜੀ ਇਨਪੁਟ ਹੈ ਪੰਜਾਬ ਦੀ ਓਵਰਆਲ ਉਹ ਘਟੀਏ ਔਰ ਸਿੱਖਾਂ ਦੀ ਵੀ ਘਟੀਏ, ਇਹਦੇ 'ਚ ਕੋਈ ਸ਼ੱਕ ਨਹੀਂ। ਸਰ ਜਦੋਂ ਅਸੀਂ ਗੱਲ ਕਰਦੇ ਹਾਂ ਓਪਰਚੁਨਿਟੀਜ਼ ਦੀ ਜਾਂ ਰਿਕਰੂਟਮੈਂਟਸ ਦੀ, ਅਸੀਂ ਦੋ ਲੈਵਲ ਤਾਂ ਦੇਖਦੇ ਹਾਂ ਕਿ ਇੱਕ ਜਵਾਨ ਭਰਤੀ ਹੁੰਦੇ ਆ ਤੇ ਇੱਕ ਆਫਿਸਰ ਭਰਤੀ ਹੁੰਦੇ ਆ। ਉਹਦੇ ਵਿੱਚ ਹੋਰ ਕਿਹੜੀਆਂ ਓਪਰਚੁਨਿਟੀਜ਼ ਆ, ਜਿਵੇਂ ਇੰਜੀਨੀਅਰਿੰਗ, ਮੈਡੀਕਲ ਸਾਇੰਸਿਸ ਤੇ ਹੋਰ ਕਈ ਫੀਲਡਸ ਆ ਜਿੱਥੇ ਕੰਮ ਕੀਤਾ ਜਾ ਰਿਹਾ ਆਰਮਡ ਫੋਰਸਿਸ ਵੱਲੋਂ, ਉਹਦੇ ਵਿੱਚ ਕੀ ਓਪਰਚੁਨਿਟੀਜ਼ ਹੈ? ਤੇ ਇੱਕ ਜਿਹੜਾ ਅਗਨੀਵੀਰ, ਉਹਦਾ ਬੇਸਿਕ ਖਾਕਾ ਕੀ ਹੈ, ਉਹਦਾ ਲੋਕ ਕਿਵੇਂ ਫਾਇਦਾ ਲੈ ਸਕਦੇ ਆ, ਅੱਜ ਦਾ ਨੌਜਵਾਨ ਕਿਵੇਂ ਫਾਇਦਾ ਲੈ ਸਕਦਾ? ਦੇਖੋ, ਆਰਮੀ ਦੇ ਵਿੱਚ ਹਰ ਉਹ ਡਿਸਿਪਲਿਨ ਹੈ ਜਿਹੜਾ ਸਿਵਲ ਦੇ ਵਿੱਚ ਹੈ ਜੀ। ਤੁਸੀਂ ਜੇ ਆਰਮੀ ਸਰਵਿਸ ਕੋਰ, ਜਿਹਨੂੰ ASC ਕਿਹਾ ਜਾਂਦਾ ਹੈ, ਜਿਹਨੂੰ ਸਪਲਾਈ ਕੋਰ ਲੂਜ਼ਲੀ ਲੋਕੀ ਗੱਲ ਕਰ ਦਿੰਦੇ ਨੇ, ਉਹਦੇ ਵਿੱਚ ਜੋ ਕੁਛ ਹੈ ਤੁਹਾਡਾ ਉਹ ਇੱਕ ਹਿੱਸਾ ਹੈ। ਆਰਮੀ ਆਰਡੀਨੈਂਸ ਕੋਰ, ਜਿਹਦੇ ਵਿੱਚ ਸਪਲਾਈ ਆਫ ਆਰਮਸ, ਐਮੂਨੇਸ਼ਨ, ਕਲੋਥਿੰਗ, ਇਹ ਸਾਰਾ ਉਹ ਵੀ ਹੈ ਨਾ। ਫਿਰ ਇੰਜੀਨੀਅਰਿੰਗ, ਜਿਹੜੀ ਕੋਰ ਨੂੰ ਮੈਂ ਬਿਲੋਂਗ ਕਰਦਾ ਸੀ, ਕੋਰ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ, ਸਾਡੇ ਵਿੱਚ ਪੇ ਹੈਵੀ ਇਕੁਇਪਮੈਂਟ ਤੇ ਆਲ ਕਾਈਂਡਸ ਆਫ ਇਕੁਇਪਮੈਂਟ, ਚਾਹੇ ਵੈਪਨ ਸਿਸਟਮ ਹੋਣ ਜਾਂ ਦੂਜੀਆਂ ਆਰਮਸ, ਐਮੂਨੇਸ਼ਨ, ਉਹਨਾਂ ਸਾਰਿਆਂ ਦੀ ਰਿਪੇਅਰ, ਇਨਸਪੈਕਸ਼ਨ, ਮੇਨਟੇਨੈਂਸ, ਇਹ ਸਾਰੀ ਮੇਰੀ ਰਿਸਪੌਂਸਿਬਿਲਿਟੀ ਸੀ, ਮੇਰੀ ਕੋਰ ਦੀ। ਤੋ ਆਲਮੋਸਟ ਐਨੀਥਿੰਗ ਐਂਡ ਐਵਰੀਥਿੰਗ ਜਿਹਦੇ ਵਾਸਤੇ ਮੈਨੇਜਮੈਂਟ ਜਾਂ ਜਿਹਦੇ ਵਾਸਤੇ ਸਿੱਖਣ ਦੀ ਲੋੜ ਹੈ ਸਿਵਲ ਦੇ ਵਿੱਚ, ਉਹ ਸਾਰੀਆਂ ਅਪਰਚੁਨਿਟੀਜ਼ ਅਵੇਲੇਬਲ ਨੇ ਆਰਮੀ ਜਾਂ 에ਅਰਫੋਰਸ ਜਾਂ ਨੇਵੀ ਦੇ ਵਿੱਚ ਅਸੀਂ ਸਿਖਾਉਂਦੇ ਹਾਂ ਔਰ ਬੱਚੇ ਉਹ ਪੜ੍ਹਦੇ ਨੇ। ਹੁਣ ਤੁਸੀਂ ਬੜਾ ਸੈਂਸਿਟਿਵ ਇਸ਼ੂ ਕੀਤਾ ਹੈ ਰੇਸ ਅਗਨੀਵੀਰ ਵਾਲਾ। ਅਗਨੀਵੀਰ ਮੇਰੇ ਹਿਸਾਬ ਨਾਲ ਇੱਕ ਅਸੀਂ ਬਾਹਰੋਂ ਕੀਤਾ ਇੱਕ ਕਨਸੈਪਟ, ਖਾਸ ਕਰਕੇ ਰਸ਼ੀਆ ਤੋਂ, ਔਰ ਉਹ ਬੇਸਿਕ ਇਹਦੇ ਪਿੱਛੇ ਸੋਚ ਜਿਹੜੀ ਸੀ, ਜਿੱਥੋਂ ਤੱਕ ਮੈਨੂੰ ਸਮਝ ਹੈ, ਸੋਚ ਸੀ ਕਿ ਆਰਮੀ ਦਾ ਜਾਂ ਆਰਮਡ ਫੋਰਸਿਸ ਦਾ ਪੈਨਸ਼ਨ ਬਿੱਲ ਨੂੰ ਰਿਡਿਊਸ ਕਰਨਾ। ਚਾਹੇ ਗਵਰਨਮੈਂਟ ਦੀ ਸੋਚ ਇਹ ਹੈ ਔਰ ਉਹ ਇਹ ਰਿਕਮੈਂਡ ਕਰਦੇ ਨੇ ਕਿ ਅਸੀਂ ਇਹਨੂੰ ਟੂ ਕੀਪ ਇਟ ਯੰਗ, ਔਰ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਡਾ ਮੋਟੀਵੇਸ਼ਨਲ ਫੋਰਸ ਜਿਹੜੀ ਸੀ ਪਿੱਛੇ, ਸ਼ਾਇਦ ਉਹ ਪੈਨਸ਼ਨ ਬਿੱਲ ਜਿਹੜਾ ਬਹੁਤ ਹਿਊਜ ਹੋ ਗਿਆ, ਉਹਨੂੰ ਗਵਰਨਮੈਂਟ ਘੱਟ ਕਰਨਾ ਚਾਹੁੰਦੀ ਸੀ, ਬਿਕਾਜ਼ ਨਏ ਡਿਵੈਲਪਮੈਂਟ ਜਾਂ ਨਏ ਇਕੁਇਪਮੈਂਟ ਖਰੀਦਣ ਵਾਸਤੇ ਆਰਮੀ ਦੇ ਕੋਲ ਜਿਹੜਾ ਬਜਟ ਹੁੰਦਾ ਸੀ, ਮੈਕਸਿਮਮ ਬਜਟ ਜਿਹੜਾ 80% ਬਜਟ ਜਿਹੜਾ ਪੈਨਸ਼ਨਾਂ ਤੇ ਇੱਧਰ ਉੱਧਰ ਨਿਕਲ ਜਾਂਦਾ ਸੀ। ਇਸ ਕਰਕੇ ਇੱਕ ਇਹ ਸੋਚ ਸੀ। ਮੈਂ ਸਮਝਦਾ ਕਿ ਇਹ ਸ਼ਾਇਦ 4 ਸਾਲ ਦੇ ਵਿੱਚ ਤੁਸੀਂ ਇਹੋ ਜਿਹਾ ਜਵਾਨ ਨਹੀਂ ਤਿਆਰ ਕਰ ਸਕਦੇ ਕਿ ਜਿਹੜਾ ਆਪਣੇ ਇੱਕ ਅਫਸਰ ਕਮਾਂਡਿੰਗ ਜਾਂ ਆਪਣੇ ਸੀਨੀਅਰ ਦੇ ਹੁਕਮ ਦੇ ਉੱਤੇ ਜਾਨ ਦੇਣ ਨੂੰ ਤਿਆਰ ਹੋ ਜਾਏ। ਲੜਾਈ ਦੇ ਵਿੱਚ ਬੜੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਜਦੋਂ ਤੁਹਾਨੂੰ ਸ਼ਾਇਦ ਤੁਹਾਡੇ ਮਾਈਨਫੀਲਡ ਦੇ ਉੱਤੇ ਤੁਹਾਨੂੰ ਪਤਾ ਵੀ ਜੇ ਪੈਰ ਰੱਖਿਆ ਤੇ ਤੁਸੀਂ ਖਤਮ ਹੋ ਜਾਓਗੇ ਜਾਂ ਪੈਰ ਉੱਡ ਜਾਏਗਾ, ਪਰ ਜਦੋਂ ਹੁਕਮ ਮਿਲਦਾ ਹੈ ਉਹ ਹੁਕਮ ਮੰਨਣ ਵਾਸਤੇ ਤਿਆਰ ਹੋਣਾ ਪੈਂਦਾ ਜਵਾਨ ਨੂੰ। ਬਿਲਕੁਲ 4 ਸਾਲਾਂ ਦੇ ਵਿੱਚ ਇਹੋ ਜਿਹੀ ਇੱਕ ਦੂਜੇ ਦੇ ਨਾਲ ਸਿਸਟਮ, ਇੱਕ ਦੂਜੇ ਦੇ ਨਾਲ ਜਿਹੜੀ ਉਹ ਜੈਲ ਕਰਨਾ ਜਾਂ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਹੋ ਜਾਣਾ, ਕਿਉਂਕਿ 20-20 ਸਾਲ, 15-15 ਸਾਲ, 13-13 ਸਾਲ, 10-10 ਸਾਲ ਇੱਕ ਰੈਜੀਮੈਂਟ ਦੇ ਵਿੱਚ, ਇਨਫੈਂਟਰੀ ਰੈਜੀਮੈਂਟ 'ਚ ਇੱਕ ਬੱਚੇ ਨੂੰ ਲੱਗਦੇ ਨੇ। ਜਦੋਂ ਸਿਪਾਹੀ ਤੋਂ ਫਿਰ ਲਾਂਸ ਨਾਇਕ ਬਣਦਾ, ਫਿਰ ਨਾਇਕ ਬਣਦਾ, ਫਿਰ ਹਵਲਦਾਰ ਬਣਦਾ ਜਾਂ ਅੱਗੇ ਵੀ ਜਾਂਦਾ ਹੈ, ਤੇ ਉਹ ਇੱਕੋ ਰੈਜੀਮੈਂਟ 'ਚ ਜਾਂ ਇੱਕੋ ਜਗ੍ਹਾ ਸਰਵਿਸ ਕਰਦੇ ਆ 8-10 ਸਾਲ। ਉਹਦਾ ਆਪਣੀ ਰੈਜੀਮੈਂਟ ਨਾਲ, ਆਪਣੀ ਰੈਜੀਮੈਂਟ ਦੇ ਨਿਸ਼ਾਨ ਨਾਲ, ਉਹਦੇ ਨਾਲ ਇੰਨਾ ਪਿਆਰ ਹੋ ਜਾਂਦਾ ਹੈ ਕਿ ਉਹ ਆਪਣੀ ਇੱਜ਼ਤ ਵਾਸਤੇ, ਆਪਣੀ ਬਟਾਲੀਅਨ ਦੀ ਇੱਜ਼ਤ ਵਾਸਤੇ ਜਾਨ ਦੇਣ ਨੂੰ ਤਿਆਰ ਹੋ ਜਾਂਦਾ ਹੈ। ਬਿਲਕੁਲ 4 ਸਾਲਾਂ ਦੇ ਵਿੱਚ ਆਪਣੀ ਕਿਸੇ ਵੀ ਯੂਨਿਟ ਵਾਸਤੇ ਇੱਕ ਬੱਚੇ ਨੂੰ, ਔਰ ਉਹ ਵੀ ਉਦੋਂ ਜਦੋਂ ਉਹਨੂੰ ਪਤਾ ਹੋਏ ਕਿ ਮੈਂ ਤਾਂ ਜਾਣ ਵਾਲਾ ਔਰ ਮੇਰੇ ਵਿੱਚੋਂ ਸਿਰਫ ਜਿਹੜੇ ਇੰਨੇ % ਹੀ ਸਿਲੈਕਟ ਹੋਣੇ ਨੇ, ਉਹਦਾ ਮੋਟੀਵੇਸ਼ਨ ਲੈਵਲ ਕਿੰਨਾ ਹੋਏਗਾ
ਉਹ ਕਿੰਨਾ ਕੁ ਤਿਆਰ ਹੋਏਗਾ, ਜੀ ਉਹ ਤਾਂ ਤਿਆਰੀ ਕਰੇਗਾ ਕਿ ਮੈਂ ਕਿਸੇ ਤਰ੍ਹਾਂ ਸਿਲੈਕਟ ਹੋ ਜਾਵਾਂ ਬਿਲਕੁਲ ਤੇ ਮੈਂ ਉਹ 25% ਆ ਜਾਣਾ ਤਾਂ ਕਿ ਮੈਂ ਪੱਕਾ ਹੋ ਜਾਵਾਂ। ਪੱਕਾ ਹੋ ਜਾਵਾਂ, ਪੱਕਾ ਹੋਣ ਦੇ ਬਾਅਦ ਉਹ ਕੀ ਕਰਦਾ ਹੈ, ਉਹ ਅਲੱਗ ਗੱਲ ਉਹ ਹੈ। ਅਲੱਗ ਗੱਲ ਹੈ। ਪਰ ਜਿੰਨਾ ਚਿਰ ਉਹ ਪੱਕਾ ਨਹੀਂ ਹੁੰਦਾ ਹੂੰ ਉਹਨਾਂ ਚਿਰ ਉਹਦੇ ਦਿਲ ਦੇ ਵਿੱਚ ਇਹ ਤੁਕੀ ਕਿ ਵੀ ਹੂੰ। ਮੈਨੂੰ ਤਾਂ ਥੋੜੇ ਜਿਹੇ ਪੈਸੇ ਦੇ ਕੇ ਇਹਨਾਂ ਨੇ ਬਾਹਰ ਕੱਢ ਦੇਣਾ ਹੈ ਜੀ ਔਰ ਬਾਹਰ ਜਾ ਕੇ ਫਿਰ ਪਤਾ ਨਹੀਂ ਮੈਨੂੰ ਨੌਕਰੀ। ਗਵਰਨਮੈਂਟ ਨੇ ਬੜੀਆਂ ਸਕੀਮਾਂ ਬਣਾਈਆਂ ਨੇ, ਬੜੀਆਂ ਪਲਾਨਸ ਨੇ, ਉਹ ਸਾਨੂੰ ਪਤਾ ਵੀ ਲੱਗਦਾ ਜੀ ਰਹਿੰਦਾ ਵੀ ਇਹ ਹੋਏਗਾ ਉਹ ਹੋਏਗਾ। ਨਾ ਫਿਊਚਰ 'ਚ ਕੀ ਹੁੰਦਾ ਹੈ, ਜੀ ਕਿਸ ਤਰ੍ਹਾਂ ਇਹ ਬੱਚੇ ਜਿਹੜੇ ਨੇ ਅਬਜ਼ਾਰਵ ਹੁੰਦੇ ਨੇ, ਜੀ ਸਿਵਲ ਦੇ ਵਿੱਚ ਕਿਹੜੀਆਂ ਜਾਬ ਦੇ ਵਿੱਚ ਕੀ ਕਰਦੇ ਨੇ, ਕਿਵੇਂ ਨਹੀਂ ਕਰਦੇ, ਦੈਟ ਇਜ਼ ਜੀ ਅ ਡਿਫਰੈਂਟ ਸਟੋਰੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ 4 ਸਾਲ ਦੇ ਵਿੱਚ, ਸਾਲ ਪਹਿਲਾਂ ਤੇ ਉਹਨੇ ਇਹੀ ਸੋਚਣਾ ਸ਼ੁਰੂ ਕਰ ਦੇਣਾ ਵੀ ਆਪਣੀ ਛੁੱਟੀ ਲਓ ਤੇ ਆਪਣੀ ਜੀ ਇਹ ਕਰੋ ਤੇ ਉਹ ਕਰੋ ਤੇ ਆਪਣਾ ਪੂਰਾ ਕਰ ਲਓ ਹਿਸਾਬ ਜੀ ਕਿਤਾਬ। 6 ਮਹੀਨੇ ਪਹਿਲਾਂ ਆਰਮੀ ਦੇ ਵਿੱਚ ਤਿਆਰੀਆਂ ਹੋ ਜਾਂਦੀਆਂ ਨੇ। ਜਦੋਂ ਬੰਦੇ ਨੇ ਜਾਣਾ ਹੁੰਦਾ ਨਾ ਡਿਸਚਾਰਜ ਦੇ ਉੱਤੇ, ਜੀ ਉਹਦੇ ਕਾਗਜ਼ ਪੱਤਰ ਬਣਨੇ, ਉਹਦਾ ਹਿਸਾਬ ਕਿਤਾਬ ਲਾਣਾ, ਉਹਨੂੰ ਕੀ ਮਿਲਣਾ ਕੀ ਨਹੀਂ ਮਿਲਣਾ। 6 ਮਹੀਨੇ ਪਹਿਲਾਂ ਸਾਈਕੋਲੋਜੀਕਲੀ ਜੀ ਉਹ ਬੱਚਾ ਜਿਹੜਾ ਨਾ ਉਹਨੂੰ ਇਹ ਆ ਵੀ ਮੈਂ ਹੁਣ ਜਾ ਰਿਹਾ ਅੱਜ ਜੀ ਜਾ। ਸੋ ਮੇਰਾ ਖਿਆਲ ਹੈ ਇਹੋ ਜਿਹੇ ਹਾਲਾਤ ਦੇ ਵਿੱਚ ਸ਼ਾਇਦ ਉਨੀ ਵਧੀਆ ਹੂੰ ਇੱਕ ਨਾ ਤਿਆਰ ਹੋ ਸਕੇ ਵੀ ਜਿਹਦੇ ਵਿੱਚ ਦੁਸ਼ਮਣ ਨਾਲ ਲੋਹਾ ਲੈਣ ਵਾਸਤੇ ਇੱਕ ਜਵਾਨ ਜਿਹੜਾ ਨਾ ਜੀ ਬਿਲਕੁਲ ਫੇਸ ਟੂ ਫੇਸ ਅੱਖਾਂ ਚੱਖਾਂ ਪਾ ਕੇ ਕਹੇ ਵੀ ਆ ਜਾ ਮੈਂ ਆਪਣੇ ਦੇਸ਼ ਵਾਸਤੇ ਮਰ ਮਿਟਾਂਗਾ। ਹੂੰ ਸੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸ ਸਕੀਮ ਦੇ ਵਿੱਚ ਥੋੜੀ ਜੀ ਕਮੀ ਹੈ ਔਰ ਜ਼ਰੂਰਤ ਹੈ ਇਸ ਸਕੀਮ ਨੂੰ ਥੋੜਾ ਜਿਹਾ ਇੰਪਰੂਵ ਕਰਨ। ਉਹ ਬੌਂਡ ਕਿਤੇ ਨਾ ਕਿਤੇ ਥੋੜਾ ਮਿਸਿੰਗ ਹੋਊਗਾ, ਜਿਹੜਾ ਬਹੁਤ missing ਹੋਇਆ। ਪਹਿਲਾਂ ਇਮੋਸ਼ਨਲ ਲੋਕਾਂ ਦਾ ਟੱਚ ਹੁੰਦਾ ਸੀ ਉਹ ਨਹੀਂ ਹੋ ਪਾਏਗਾ। ਉਹ ਨਹੀਂ ਹੋ ਪਾਏਗਾ। ਹੂੰ, ਹੂੰ। ਕਿਉਂਕਿ ਅੱਜ ਵੀ ਅਸੀਂ ਦੇਖਦੇ ਹਾਂ ਜੇ ਸਾਬਕਾ ਫੌਜੀ ਜਿੰਨੇ ਵੀ ਹੈ ਉਹਨਾਂ ਤੋਂ ਅਸੀਂ ਉਹਨਾਂ ਦੇ ਕੋਲ ਬੈਠ ਕੇ ਗੱਲ ਕਰੀਏ ਤਾਂ ਉਹ ਆਪਣੀ ਰੈਜੀਮੈਂਟ ਦੇ ਕਿੱਸੇ ਉਹਨਾਂ ਦੇ ਕੋਲ ਬਹੁਤ ਹੁੰਦੇ ਆ ਬਹੁਤ ਔਰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕਿਹੜੀ ਸਿਚੁਏਸ਼ਨ ਨੂੰ ਉਹਨਾਂ ਨੇ ਹੈਂਡਲ ਕੀਤਾ, ਉਹ ਬੜੇ ਪ੍ਰਾਊਡ ਹੁੰਦਾ ਉਹਨਾਂ ਨੂੰ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ। ਤੇ ਉਹ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਬਸ ਸਿੱਖੇ ਹਾਂ। ਟ੍ਰੇਨਿੰਗ ਦੇ ਦੌਰਾਨ ਜੋ ਕੁਝ ਹੁੰਦਾ ਮੈਨੂੰ ਲੱਗਦਾ ਇਹ ਟ੍ਰੇਨਿੰਗ ਪੀਰੀਅਡ ਮੰਨਿਆ ਜਾ ਸਕਦਾ ਹੈ 4 ਸਾਲ ਦਾ, ਕਿਉਂਕਿ 1 ਸਾਲ ਤੱਕ ਤਾਂ ਮੇਰੇ ਖਿਆਲ ਟ੍ਰੇਨਿੰਗ ਹੁੰਦੀ ਹੈ। 1 ਸਾਲ ਦੀ ਤੇ ਹੈ ਹੀ ਹੈ ਟ੍ਰੇਨਿੰਗ। ਤੇ ਬਾਕੀ ਵੀ ਐਕਚੁਅਲੀ ਤੁਸੀਂ ਨਾ ਇੱਕ ਅੱਛਾ ਫਾਈਟਿੰਗ ਸੋਲਜਰ ਬਣਨ ਵਾਸਤੇ 1 ਸਾਲ ਇਜ਼ ਨਾਟ ਗੁੱਡ ਇਨਫ। ਤੁਸੀਂ ਦੇਖੋ ਟ੍ਰੇਨਿੰਗ ਲੈ ਕੇ ਉਹਨੂੰ ਪ੍ਰੈਕਟਿਸ ਦੇ ਵਿੱਚ ਪਾਣਾ, ਤੁਹਾਨੂੰ ਅਪਰਚੁਨਿਟੀ ਮਿਲਣੀ ਹੈ। ਤੁਸੀਂ ਚਾਹੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਸਟੇਟ ਵੇ ਪੋਸਟ ਕੀਤਾ ਜਾਏਗਾ ਫਾਰਵਰਡ ਏਰੀਆ 'ਚ, ਉੱਥੇ ਡਿਪਲਾਈ ਕੀਤਾ ਜਾਏਗਾ। ਇੱਕ ਤਾਂ ਸਾਈਕੋਲੋਜੀਕਲੀ ਪਹਿਲਾਂ ਉਹਨੂੰ ਇਹ ਹੈ ਵੀ ਮੈਨੂੰ ਸਾਲ ਟ੍ਰੇਨਿੰਗ ਦੇ ਕੇ ਤੇ ਮੈਨੂੰ ਭੇਜ ਦਿੱਤਾ ਬਾਰਡਰ ਦੇ ਉੱਤੇ, ਮੈਨੂੰ ਸਾਰਿਆਂ ਨੂੰ ਅੱਗੇ ਤੇ ਇਹਨਾਂ ਲਾਤਾ ਹੈ ਨਾ। ਸੀ ਈਵਨ ਦੈਟ ਵਿਲ ਐਕਟ ਐਜ਼ ਅ ਡੈਟਰੈਂਟ ਥੋੜਾ ਜਿਹਾ ਵੀ ਮੈਨੂੰ ਹੀ ਰੱਖਣਾ, ਤੁਸੀਂ ਅੱਗੇ ਜ਼ਰੂਰ ਰੱਖਣਾ ਹੈ ਨਾ। ਸੋ ਇਹ ਮੇਰਾ ਖਿਆਲ ਹੈ 3-4 ਸਾਲ ਦੇ ਵਿੱਚ ਤੇ ਮਸਾਂ ਸੋਲਜਰ ਨੂੰ ਆਪਣੇ ਵੈਪਨ ਨੂੰ ਸਮਝਣ ਦੀ, ਆਪਣੀ ਸਿਚੁਏਸ਼ਨ ਨੂੰ ਸਮਝਣ ਦੀ, ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਸਮਝਣ ਦੀ, ਉਹਨਾਂ ਦੀਆਂ ਕੈਪੇਬਿਲਿਟੀ ਜਾਣਨ ਦੀ, ਆਪਣੇ ਆਪ ਨੂੰ ਜਾਣਨ ਦੀ, ਆਪਣੀ ਬਟਾਲੀਅਨ ਦੇ ਵਾਸਤੇ ਉਹ ਫਖਰ ਪੈਦਾ ਕਰਨ ਦੀ, ਉਹਦੇ 'ਚ ਹੀ ਲੱਗ ਜਾਂਦਾ ਹੈ। ਇਸ ਕਰਕੇ 4 ਸਾਲ ਟਾਈਮ ਜਿਹੜਾ ਥੋੜਾ ਘੱਟ ਹੈ। ਹੋਰ ਟਾਈਮ ਵੀ ਵਧਣਾ ਚਾਹੀਦਾ ਮੈਨੂੰ ਲੱਗਦਾ। ਤੇ ਪੰਜਾਬ ਦੇ ਜੇ ਅਸੀਂ ਯੂਥ ਦੀ ਗੱਲ ਕਰੀਏ, ਪੰਜਾਬ ਦਾ ਯੂਥ ਕਿਹੜੀ ਓਪਰਚੁਨਿਟੀਜ਼ ਨੂੰ, ਜਿਵੇਂ ਅਗਨੀਵੀਰ ਤਾਂ ਹੈ ਹੀ ਹੈ, ਇਹ ਤੋਂ ਇਲਾਵਾ ਵੀ ਇੰਜੀਨੀਅਰਿੰਗ ਹੋ ਗਈ, ਮੈਡੀਕਲ ਸਾਇੰਸਿਸ ਹੋ ਗਈਆਂ, ਸਪਾਈ ਲੈਵਲ ਤੇ ਤੁਸੀਂ ਜਾ ਸਕਦੇ ਹੋ, ਆਫਿਸਰ ਰੈਂਕ ਤੇ ਤੁਸੀਂ ਜਾ ਸਕਦੇ ਹੋ। ਪੰਜਾਬ ਦਾ ਯੂਥ ਜੋ ਅੱਜ ਦਾ ਯੂਥ ਹੈ, ਕੀ ਲੱਗਦਾ ਕਿ ਉਹ ਕਿਹੜੇ ਪਾਸੇ ਫੋਕਸ ਕਰਨਗੇ ਜੇ ਆਰਮੀ 'ਚ ਜਾਂਦੇ ਆ ਜਾਂ ਨੇਵੀ 'ਚ ਜਾਂਦੇ ਆ? ਮੈਂ ਸਮਝਦਾ ਵੀ ਦੇਖੋ ਨਾ ਇੱਕ ਐਜੂਕੇਸ਼ਨ ਕੋਰ ਵੀ ਹੈ ਜਿਹਦੇ 'ਚ ਡਾਇਰੈਕਟ ਹਵਲਦਾਰ ਵੀ ਲਏ ਜਾਂਦੇ ਨੇ, ਡਾਇਰੈਕਟ ਨਾਇਬ ਸੂਬੇਦਾਰ ਵੀ ਲਏ ਜਾਂਦੇ ਨੇ, ਹੋਰ ਵੀ ਇੰਜੀਨੀਅਰਿੰਗ ਦੇ ਵਿੱਚ ਵੀ ਜਿਨ੍ਹਾਂ ਨੇ ਇੰਜੀਨੀਅਰਿੰਗ ਦੀ ਬੈਕਗਰਾਉਂਡ ਹੈ ਉਹ ਜਾ ਸਕਦੇ ਨੇ ਡਾਇਰੈਕਟਲੀ। ਉਹਨਾਂ ਅਪਰਚੁਨਿਟੀ ਨੂੰ ਵੀ ਅਵੇਲ ਕਰਨਾ ਚਾਹੀਦਾ ਹੈ। ਔਰ ਮਤਲਬ ਆਰਮੀ ਇੰਨੇ ਕੁਛ ਹਰ ਸਾਲ ਦੇ ਵਿੱਚ ਇੰਨੀਆਂ ਓਪਨਿੰਗ ਇਨ ਡਿਫਰੈਂਟ ਫੀਲਡਸ, ਚਾਹੇ ਉਹ ਇੰਜੀਨੀਅਰਿੰਗ ਹੋਏ ਜਾਂ ਦੂਜਾ ਐਜੂਕੇਸ਼ਨ ਕੋਰ ਹੋਏ ਜਾਂ ਦੂਸਰੇ ਹੋਣ, ਉਹਦੇ 'ਚ ਆਉਂਦੀਆਂ ਰਹਿੰਦੀਆਂ ਨੇ। ਉਹ ਆਪਣੇ ਕੀਪ ਯੋਰ ਆਈਜ਼ ਐਂਡ ਈਅਰਸ ਓਪਨ, ਉਹਨਾਂ ਨੂੰ ਦੇਖੋ, ਉਹਨਾਂ ਅਪਰਚੁਨਿਟੀ ਨੂੰ ਅਵੇਲ ਕਰੋ। ਔਰ ਮੈਂ ਸੋਚਦਾ ਕਿ ਜਿਹੜੇ ਬੰਦੇ ਨੂੰ ਕੈਨੇਡਾ ਹੀ ਜਾਣਾ ਹੈ ਤੇ ਮੈਂ ਉਹਨੂੰ ਰਿਕਮੈਂਡ ਕਰਾਂਗਾ ਵੀ ਉਹ ਅਗਨੀਵੀਰ 'ਚ 4 ਸਾਲ ਲਾ ਕੇ ਕੈਨੇਡਾ ਚਲਾ ਜਾਏ ਤੇ ਉਹ ਹੀ ਵਿਲ ਡੂ ਮਚ ਬੈਟਰ। ਬਿਲਕੁਲ ਇਹਦੇ 'ਚ ਡਿਸਿਪਲਿਨ, ਥੋੜੀ ਜਿਹੀ ਕਰੈਕਟਰ, ਪੰਕਚੁਅਲਿਟੀ ਔਰ ਇੰਟੈਗ੍ਰਿਟੀ, ਇਹ ਚੀਜ਼ਾਂ ਜਿਹੜੀਆਂ ਨਾ ਸ਼ਾਇਦ ਉਹਨਾਂ 4 ਸਾਲਾਂ 'ਚੋਂ ਕੁਝ ਸਿੱਖ ਲੇਗਾ। ਐਂਡ ਇਫ ਨਥਿੰਗ ਐਲਸ ਹੀ ਆਰ ਸ਼ੀ ਵਿਲ ਬਿਕਮ ਅ ਬੈਟਰ ਹਿਊਮਨ ਬੀਇੰਗ, ਬੈਟਰ ਇਨਸਾਨ ਬਣ ਜਾਣਗੇ ਜੇ 4 ਸਾਲ ਲਾ ਕੇ। ਔਰ ਬੈਟਰ ਇਨਸਾਨ ਬਣ ਕੇ ਸ਼ਾਇਦ ਜੇ ਜਾਣਾ ਹੀ ਹੈ ਕੈਨੇਡਾ ਤੇ ਉੱਥੇ ਜਾ ਕੇ ਦੇ ਵਿਲ ਡੂ ਬੈਟਰ। ਤੇ ਇਹਦਾ ਇੱਕ ਫਾਇਦਾ ਇਹ ਹੋਏਗਾ ਕਿ 4 ਸਾਲ ਵਾਸਤੇ ਤਾਂ ਰੁਕ ਜਾਣਗੇ ਨਾ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬੀ ਵਾਸਤੇ ਕੋਈ ਹਰਜ ਨਹੀਂ ਕਿ ਜੇ ਕੈਨੇਡਾ ਜਾਣਾ ਹੀ ਹੈ ਮੈਂ ਅਲਟੀਮੇਟਲੀ ਤੇ ਪਹਿਲਾਂ 4 ਸਾਲ ਇੱਥੇ ਲਾ ਲਓ, ਬਾਅਦ 'ਚ ਜਾਓ।
ਉਹ ਨਾਲੇ ਕੈਨੇਡਾ ਜਾਣ ਵਾਸਤੇ ਜਿਹੜੇ ਅਸੀਂ ਪੈਸੇ ਇਕੱਠੇ ਕਰਦੇ ਆ ਹਾਂ ਤੇ ਕਈ ਵਾਰੀ ਜ਼ਮੀਨ ਗਹਿਣੇ ਰੱਖਣੀ ਪੈਂਦੀ ਹੈ ਜਾਂ ਰਿਸ਼ਤੇਦਾਰਾਂ ਤੋਂ ਮੰਗਣੇ ਪੈਂਦੇ ਆ, ਉਹਦੀ ਵੀ ਲੋੜ ਨਹੀਂ ਪਊਗੀ। ਉਹਨੇ ਇੱਕ ਉਹ ਆਪਣੇ ਲਈ ਇਕੱਠੇ ਕਰ ਲੈਣਗੇ ਤੇ ਉਹ ਇਕੱਠੇ ਕਰਕੇ ਉਹ ਇੱਕ ਬੈਟਰ ਆਪਸ਼ਨ ਵੀ ਹੋਊਗਾ। ਤੁਹਾਡਾ ਮਾਈਂਡ ਵੀ ਥੋੜਾ ਖੁੱਲ ਜਾਂਦਾ ਹੈ ਕਿ ਜੀ ਹੁਣ ਅਸੀਂ ਅੱਗੇ ਕੀ ਕਰਨਾ ਹੈ, ਅਸੀਂ ਬਿਜ਼ਨਸ ਕਰਨਾ ਹੈ, ਜੌਬ ਕਰਨੀ ਹੈ, ਜਾਂ ਅਸੀਂ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ, ਅਸੀਂ ਇੰਜੀਨੀਅਰਿੰਗ ਕਰਨੀ ਹੈ ਜਾਂ ਅਸੀਂ ਗਾਣੇ ਲਿਖ ਕੇ ਗਾਉਣੇ ਆ ਜਾਂ ਅਸੀਂ ਫਿਲਮਾਂ ਬਣਾਉਣੀਆਂ। ਕੀ ਬਾਤ ਹੈ। 4 ਸਾਲਾਂ ਬਾਅਦ ਤੇ ਅਕਲ ਆ ਜਾਏਗੀ, ਸ਼ਾਇਦ ਆਰਮੀ ਇੰਨੀ ਕੁ ਅਕਲ ਦੇ ਦੇਗੀ ਕਿ ਤੁਹਾਨੂੰ ਇਹ ਸਮਝ ਲੱਗ ਜਾਏਗੀ ਕਿ ਉੱਥੇ ਜਾਣ ਨਾਲੋਂ ਮੈਂ ਇੱਥੇ ਕਮਾਲ ਕਰ ਸਕਣਾ ਜੀ। ਇਸ ਕਰਕੇ ਸ਼ਾਇਦ ਇਟ ਵਿਲ ਡੂ ਗੁੱਡ ਟੂ ਏ ਪੰਜਾਬੀ ਬॉय ਆਰ ਗਰਲ ਕਿ ਉਹਦੇ ਦਿਮਾਗ ਚੋਂ ਇੱਕ ਤਾਂ ਉਹ ਭੂਤ ਸ਼ਾਇਦ ਉਤਰ ਜਾਏ ਸਮਝ ਕੇ ਵੀ ਇੱਥੇ ਕੀ ਅਪਰਚੁਨਿਟੀਜ਼ ਅਵੇਲੇਬਲ ਨੇ। ਦੂਜਾ ਬੈਟਰ ਬਣ ਗਿਆ ਇਨਸਾਨ, ਬੈਟਰ ਕੁਆਲਿਟੀਜ਼ ਕੁਛ ਆ ਗਈਆਂ ਉਹਦੇ ਨਾਲ। ਜੇ ਇੱਥੇ ਇੰਡੀਆ ਜੌਬ ਮਿਲਣੀ ਹੈ ਤਾਂ ਸ਼ਾਇਦ ਉਹ ਬੈਟਰ ਜੌਬ ਮਿਲ ਜੇ। ਬਿਲਕੁਲ। ਔਰ ਜੇ ਕਿਤੇ ਲੇਹ ਲਦਾਖ ਜਾਂ ਕਾਰਗਿਲ ਵਾਲੇ ਪਾਸੇ ਪੋਸਟਿੰਗ ਹੋ ਜੇ ਜਿੱਥੇ ਬਹੁਤ ਹਾਰਡ ਸਿਚੁਏਸ਼ਨਸ ਹੁੰਦੀਆਂ, ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ, ਤਾਂ ਤੁਹਾਨੂੰ ਇਹ ਵੀ ਜੋ ਅਹਿਸਾਸ ਹੋ ਜਾਊਗਾ ਕਿ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਟਰੱਕ ਚਲਾਉਣਾ ਹੈ ਬਰਫ਼ ਦੇ ਵਿੱਚ ਜਾਂ ਕੋਈ ਹੋਰ ਜੌਬ ਕਰਨੀ ਹੈ ਬਰਫ਼ ਦੇ ਵਿੱਚ, ਤੇ ਉਦੋਂ ਕੀ ਹਾਲਾਤ ਹੋਣਗੇ। ਫਿਰ ਤੁਸੀਂ ਸਿਚੁਏਸ਼ਨ ਕੰਪੇਅਰ ਕਰ ਸਕਦੇ ਹੋ ਤੇ ਫਿਰ ਉਹ ਕੰਪੇਅਰ ਕਰਕੇ ਮੇਰੇ ਖਿਆਲ ਜੋ ਰਿਜ਼ਲਟ ਆਊਗਾ ਉਹ ਚੰਗਾ ਆਊਗਾ। ਅਮਨਦੀਪ ਜੀ, ਮੈਂ ਸਮਝਣਾ ਕਿ ਕੈਨੇਡਾ ਦੇ ਵਿੱਚ -10 ਜਾਂ -15 ਦੇ ਵਿੱਚ ਟਰੱਕ ਚਲਾਉਣ ਨਾਲੋਂ ਇਹ ਬੈਟਰ ਹੈ ਕਿ ਲੇਹ ਲਦਾਖ ਵਰਗੀ ਜਗ੍ਹਾ ਦੇ ਉੱਤੇ -10 -15 ਡਿਗਰੀ ਦੇ ਵਿੱਚ ਤੁਸੀਂ ਕੰਮ ਕਰੋ। ਔਰ ਜਦੋਂ ਤੁਹਾਨੂੰ ਪੂਰੀ ਸਪੋਰਟ ਗਵਰਨਮੈਂਟ ਔਰ ਆਰਮੀ ਤੁਹਾਨੂੰ ਪੂਰੀ ਇਕਵਿਪਮੈਂਟ ਦਿੰਦੀ ਹੈ, ਤੁਹਾਨੂੰ ਕਲੋਥਿੰਗ ਦਿੰਦੀ ਹੈ, ਤੁਹਾਨੂੰ ਸਪੋਰਟ ਕਰਦੀ ਹੈ ਔਰ ਤੁਹਾਨੂੰ ਇੱਕ ਅੱਛਾ ਮਤਲਬ ਇਹ ਨਹੀਂ ਕਿ ਤੁਹਾਡੀ ਬਿਮਾਰ ਹੋ ਜਾਓਗੇ ਜਾਂ ਕੋਈ ਲੁੱਕ ਆਫਟਰ ਕਰਨ ਵਾਸਤੇ ਨਹੀਂ। ਮੈਂ ਲੇਹ ਲਦਾਖ 'ਚ ਬਟਾਲੀਅਨ ਕਮਾਂਡ ਕੀਤੀ ਹੈ 1986 to 88 ਤੇ ਮੈਂ ਸਿਆਚਿਨ 'ਚ ਵੀ ਰਿਹਾ ਤੇ ਮੈਂ ਇਹ ਦੇਖਿਆ ਕਿ ਇਨਸਾਨ ਦੀ ਕੈਪੇਬਿਲਿਟੀ ਟੂ ਲਿਵ ਥਰੂ ਦਿਸ ਕੋਈ ਇੰਨੀ ਜ਼ਿਆਦਾ ਹੁੰਦੀ ਹੈ ਕੈਪੈਸਿਟੀ ਇਨਸਾਨ ਦੇ ਕੋਲ ਕਿ ਕੋਈ ਐਸੀ ਗੱਲ ਨਹੀਂ ਘਬਰਾਉਣ ਵਾਲੀ ਹੁੰਦੀ। ਸੋ ਇਸ ਕਰਕੇ ਔਰ ਨਾਲੇ ਜੇ ਪਹਿਲੀ ਪੋਸਟਿੰਗ ਕੋਈ ਟਫ ਮਿਲ ਜੇ ਤੇ ਉਹ ਤੁਹਾਨੂੰ ਤਿਆਰ ਕਰ ਦਿੰਦੀ ਹੈ ਬਾਕੀ ਦਾ ਜਿਹੜਾ ਟਾਈਮ ਹੈ ਨਾ ਤੁਹਾਡਾ, ਉਹਦੇ ਵਾਸਤੇ ਤੁਹਾਨੂੰ ਉਹ ਸਿੰਪਲ ਹੋ ਜਾਂਦਾ, ਤੁਹਾਡੇ ਵਾਸਤੇ ਈਜ਼ੀਅਰ ਹੋ ਜਾਂਦਾ ਬਾਕੀ ਦੀ ਜ਼ਿੰਦਗੀ ਜਿਹੜੀ ਹੈ ਨਾ ਕੱਟਣੀ। ਤੇ ਇਸ ਕਰਕੇ ਮੇਰਾ ਖਿਆਲ ਹੈ ਵੈਲਕਮ ਕਰਨੀ ਚਾਹੀਦੀ ਹੈ ਟਫ ਪੋਸਟਿੰਗ ਪਹਿਲੀ ਵਾਰੀ, ਤੇ ਕੋਈ ਐਸੀ ਗੱਲ ਨਹੀਂ। ਬਹੁਤ ਬਹੁਤ ਸ਼ੁਕਰੀਆ ਸਰ। ਪੰਜਾਬ ਦੇ ਯੂਥ ਨੂੰ ਜੇ ਆਪਾਂ ਕਹੀਏ ਅੱਜ ਕਿ ਤੁਸੀਂ ਜਾਣਾ ਹੈ ਤਾਂ ਆਰਮੀ ਦੇ ਵਿੱਚ ਇੱਕ ਵਾਰੀ ਜਾ ਕੇ ਦੇਖੋ, 에ਅਰ ਫੋਰਸ ਦੇ ਵਿੱਚ ਜਾ ਕੇ ਦੇਖੋ, ਨੇਵਲ ਫੋਰਸਿਸ ਦੇ ਵਿੱਚ ਜਾ ਕੇ ਦੇਖੋ, ਤੇ ਉਹਦੇ ਲਈ ਮੋਟੀਵੇਸ਼ਨ ਉਹਨੂੰ ਕਿਵੇਂ ਦੇ ਸਕਦੇ ਆ ਪੰਜਾਬ ਦੇ ਯੂਥ ਨੂੰ? ਮੈਂ ਤਾਂ ਇਹ ਕਹਾਂਗਾ ਪੰਜਾਬ ਦੇ ਯੂਥ ਨੂੰ ਕਿ ਆਪਣੇ ਆਪ ਨੂੰ ਜਾਣੋ, ਆਪਣੇ ਆਪ ਨੂੰ ਪਛਾਣੋ, ਆਪਣੀ ਕੈਪੇਬਿਲਿਟੀ ਆਪਣੀ ਐਬਿਲਿਟੀ ਨੂੰ ਸਮਝੋ ਕਿ ਤੁਹਾਡੇ ਅੰਦਰ ਇੰਨਾ ਕੁਝ ਹੈ ਕਿ ਉਹਨੂੰ ਵੇਸਟ ਨਾ ਕਰੋ ਜਾ ਕੇ ਬਾਹਰ ਕੈਨੇਡਾ ਜਾ ਕੇ ਟਰੱਕ ਚਲਾ ਕੇ ਜਾਂ ਇਹ ਕਰਕੇ। ਡੋਂਟ ਵੇਸਟ ਇਟ। ਆਪਣੇ ਆਪ ਦੇ ਅੰਦਰ ਜੋ ਕੁਝ ਤੁਹਾਡੇ ਵਿੱਚ ਪੋਟੈਂਸ਼ੀਅਲ ਹੈ ਇੱਥੇ ਰਹੋ, ਉਹਨੂੰ ਤਗੜੇ ਹੋ ਕੇ ਇੱਕ ਤਾਂ ਆਪਣੇ ਆਪ ਨੂੰ ਬੜਾ ਕਲੀਅਰ ਇਹ ਸਮਝ ਲਓ ਕਿ ਮੈਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਣਾ ਚਾਹੁੰਦਾ। ਆਰਮੀ, 에ਅਰ ਫੋਰਸ, ਨੇਵੀ ਇਹੋ ਜਿਹਾ ਕਰੀਅਰ ਹੈ ਜਿਹੜੀ ਤੁਹਾਡੇ ਵਿੱਚ ਕੁਝ ਇਹੋ ਜਿਹੀਆਂ ਲਾਈਫ ਸਕਿੱਲਸ ਮਤਲਬ ਤੁਹਾਡੀ ਨਾ ਕਰੈਕਟਰ, ਤੁਹਾਡੀ ਇਹ ਕਮਿਊਨੀਕੇਸ਼ਨ, ਤੁਹਾਡੀ ਇਮੋਸ਼ਨਲ ਸਟਰੈਂਥ, ਤੁਹਾਡੀ ਫਿਜ਼ੀਕਲ ਸਟਰੈਂਥ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮਿਹਨਤ ਕਰਕੇ ਕੰਮ ਕਰਕੇ ਤੁਹਾਨੂੰ ਇੱਕ ਜਿਵੇਂ ਸੋਨੇ ਚੋਂ ਨਿਕਲਦਾ ਨਾ ਇਨਸਾਨ ਵਧੀਆ ਨਿਕਲ ਕੇ, ਉਹ ਤੁਹਾਨੂੰ ਇੱਕ ਵਧੀਆ ਇਨਸਾਨ ਬਣਾ ਦਿੰਦੀ ਹੈ। ਤੁਹਾਨੂੰ ਕਰੈਕਟਰ ਵਾਲਾ, ਪੰਕਚੁਅਲ, ਡਿਸਿਪਲਿਨ, ਹਾਰਡ ਵਰਕ ਕਰਨ ਵਾਲਾ ਇਨਸਾਨ ਬਣਾ ਦਿੰਦੀ ਹੈ। ਉਦੋਂ ਤੁਸੀਂ ਸੋਚੋਗੇ ਕਿ ਸ਼ਾਇਦ ਮੈਂ ਹੁਣ ਬੈਟਰ ਇਨਸਾਨ ਆ, ਇਸ ਕਰਕੇ ਮੈਂ ਤਾਂ ਬਾਹਰ ਨਹੀਂ ਜਾਣਾ, ਮੈਂ ਤਾਂ ਆਪਣੇ ਦੇਸ਼ ਨੂੰ ਕੰਟਰੀਬਿਊਟ ਕਰਕੇ ਕੁਝ ਦੇਣਾ। ਸੋ ਮਾਈ ਮੈਸੇਜ ਟੂ ਦੀ ਯੂਥ ਆਫ ਪੰਜਾਬ ਇਜ਼ ਕਿ ਬੱਚਿਓ ਸਮਝੋ ਸਾਰੀ ਚੀਜ਼ ਨੂੰ, ਬਾਹਰ ਜਾਣ ਤੋਂ ਪਹਿਲਾਂ ਜਾਂ ਕੋਈ ਹੋਰ ਕੰਮ ਕਰਨ ਤੋਂ ਪਹਿਲਾਂ ਸਮਝੋ ਕਿ ਤੁਹਾਡੇ ਵਿੱਚ ਪੋਟੈਂਸ਼ੀਅਲ ਕੀ ਹੈ, ਤੁਹਾਡੀ ਬੈਕਗ੍ਰਾਉਂਡ ਕੀ ਹੈ, ਤੁਸੀਂ ਤੁਹਾਡੇ ਬਜ਼ੁਰਗਾਂ ਨੇ ਕਮਾਲ ਕੀਤਾ ਹੋਇਆ, ਤੁਸੀਂ ਵੀ ਕਮਾਲ ਕਰ ਸਕਦੇ ਹੋ। ਤੇ ਇਸ ਕਰਕੇ join army, air force and navy depending upon your this thing, you will feel very happy ਜਦੋਂ ਤੁਸੀਂ 20 ਸਾਲ ਜਾਂ 30 ਸਾਲ ਜਾਂ 35 ਸਾਲ ਦੇ ਬਾਅਦ ਰਿਟਾਇਰ ਹੋ ਗਏ ਨਾ, ਤੁਹਾਨੂੰ ਫਖਰ ਹੋਏਗਾ ਕਿ ਮੈਂ ਆਰਮੀ ਜਾਂ 에ਅਰ ਫੋਰਸ ਨੇਵੀ ਜੁਆਇਨ ਕੀਤੀ ਸੀ। ਜੀ ਬਹੁਤ ਬਹੁਤ ਸ਼ੁਕਰੀਆ ਸਰ। ਪੰਜਾਬ ਦੇ ਯੂਥ ਨੂੰ ਹੋਰ ਵੀ ਆਪਸ਼ਨਸ ਨੇ, ਹੋਰ ਬਹੁਤ ਕੰਮ ਹੈਗੇ ਆ ਜਿਹੜਾ ਪੰਜਾਬ ਦਾ ਯੂਥ ਕਰ ਸਕਦਾ, ਹੋਰ ਬਹੁਤ ਸਕਿੱਲਸ ਹੈ ਜੋ ਸਾਡੇ ਇਤਿਹਾਸ ਦੇ ਵਿੱਚ ਹੈ, ਸਾਡੇ ਖੂਨ ਦੇ ਵਿੱਚ ਹੈ। ਤੇ ਪੰਜਾਬ ਦੇ ਲੋਕਾਂ ਦਾ ਨੈਸ਼ਨਲਿਜ਼ਮ, ਜਿਵੇਂ ਸਰ ਨੇ ਦੱਸਿਆ ਕਿ ਪੰਜਾਬ ਦੇ ਯੂਥ ਦਾ, ਪੰਜਾਬ ਦੇ ਲੋਕਾਂ ਦਾ ਨੈਸ਼ਨਲਿਜ਼ਮ ਉਹਨਾਂ ਦੀਆਂ ਰਗਾਂ ਦੇ ਵਿੱਚ ਹੈ। ਇਸੇ ਤਰੀਕੇ ਨਾਲ ਹੋਰ ਮੀਨਿੰਗਫੁਲ ਡਿਸਕਸ਼ਨਸ ਲਿਆਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੂਡੇ। ਸਤਿ ਸ਼੍ਰੀ ਅਕਾਲ।